सतनाम साहिब जीओ। बाणी गुरु गुरु है बाणी, विच बाणी अमृत सारे। गुर बाणी कहै सेवक जन मानै, परतख गुरु निस्तारे। आयो प्रभ शरणागति, कृपा निध दयाल। एक अखर हर मन बस्त, निहाल। एक अखर हर मन बस्त, नानक होत निहाल। सतनाम वाहिगुरु साहिब जीओ। चाचरी छंद त्वै प्रसाद, अरूप है अनूप है, अजू है अपू है, अलेख है अपेख है, अनाम है अकाम है, अते है अपे है, अजीत है अपीत है, त्रमान है निदान है, त्रिवर्ग है असर्ग है, अनील है अनाद है, अजय जाद है, अजन्म है अवरण है, अपूत है अपरन है, अगांज है अपंज है, अचूज है अचंज है, अमीक है रफीक है, अतंद है अबंद है, निरबूज है असूज है, अकाल है अजाल है, अल्लाह है अजाह है, अनंत है महंत है, अलीक है निरसरीक है, निरलंब है असंभ है, अगम है अजम है, अपूत है अछूत है, अलोक है अशोक है, अकर्म है अपरम है, अजीत है अपीत है, अबाह है अगाह है, अमान है निदान है, अनेक है फिर एक है, अमान है निदान है, अनेक है फिर एक है। वाहिगुरु जी का खालसा, वाहिगुरु जी की फतेह। गुरु प्यारी साध संगत, ਵੱਡਿਆਂ ਭਾਗਾਂ ਦੇ ਮਾਲਕ ਹੋ ਜੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਤਿੰਨਾਂ ਦੇ ਪਾਵਨ ਪਵਿੱਤਰ ਗੁਰ ਅਸਥਾਨ ਗੁਰਦੁਆਰਾ ਸ਼੍ਰੀ ਫਲਾਈ ਸਾਹਿਬ ਵਿਖੇ ਹਾਜ਼ਰੀਆਂ ਭਰ ਕਰਕੇ ਆਪਣੇ ਮਨੁੱਖਾਂ ਦੀਆਂ ਘੜੀਆਂ ਤੇ ਸਵਾਸਾਂ ਨੂੰ ਸਫਲਾ ਬਣਾ ਰਹੇ ਹੋ। ਵਡਭਾਗੀ ਸਾਧ ਸੰਗ ਪ੍ਰਾਪਤ, ਜਿਸ ਭੇਟਤ ਦੁਰਮਿਲ। ਬਹੁਤ ਵੱਡਿਆਂ ਭਾਗਾਂ ਦੇ ਨਾਲ ਸੱਚੇ ਗੁਰੂ ਦੀ ਸ਼ਰਨ, ਸੱਚੇ ਗੁਰੂ ਦੀ ਸੰਗਤ ਮਿਲਦੀ ਹੈ, ਜਿੱਥੇ ਆ ਕਰਕੇ ਖੋਟੀ ਮਤ ਦਾ ਨਾਸ਼ ਤੇ ਸ੍ਰੇਸ਼ਟ ਬੁੱਧੀ ਦਾ ਪ੍ਰਕਾਸ਼ ਹੁੰਦਾ ਏ, ਸੱਚ ਦਾ ਗਿਆਨ ਹੁੰਦਾ ਏ। ਮਨੁੱਖਾ ਜੀਵਨ ਦਾ ਮਨੋਰਥ, ਇਹਦੀ ਸਫਲਤਾ
ਸੱਚ ਤੇ ਝੂਠ, ਇਹਨਾਂ ਦੋਹਾਂ ਦਾ ਨਿਰਣਾ ਸਤ ਸੰਗਤ ਵਿੱਚ ਜਾ ਸਕਦਾ ਹੈ। ਤੇ ਸਤ ਸੰਗਤ ਕਿਸੇ ਇਕੱਠ ਦਾ ਨਾਮ ਨਹੀਂ। ਅਜੋਕੇ ਸਮੇਂ ਦੇ ਅੰਦਰ ਜਾਂ ਪਿਛਲੇ ਸਮਿਆਂ ਦੇ ਵਿੱਚ ਵੀ ਪਖੰਡਵਾਦ ਦਾ ਜ਼ੋਰ ਰਿਹਾ ਹੈ ਤੇ ਹੁਣ ਵੀ ਹੈ। ਇਕੱਠ ਤਾਂ ਪਖੰਡੀ ਲੋਕਾਂ ਦੇ ਪਾਸ, ਝੂਠਿਆਂ ਲੋਕਾਂ ਦੇ ਕੋਲ ਵੀ ਬਹੁਤ ਹੋ ਜਾਂਦੇ ਨੇ, ਪਰ ਕਿਤੇ ਵੀ ਗੁਰੂ ਸਾਹਿਬ ਜੀ ਨੇ ਇਕੱਠ ਨੂੰ ਸਤ ਸੰਗਤ ਦਾ ਤੇ ਗੁਰਬਾਣੀ ਦੇ ਅੰਦਰ ਨਿਰਣਾ ਕਰ ਦਿੱਤਾ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਗੱਲ ਹੈ ਕੇਵਲ ਨਾਮ ਦੀ, ਜਿੱਥੇ ਗੱਲ ਹੈ ਕੇਵਲ ਸੱਚ ਦੀ ਤੇ ਸੱਚ ਉੱਤੇ ਪਹਿਰਾ ਦੇਣ ਦੀ, ਜਿੱਥੇ ਗੱਲ ਹੈ ਇੱਕ ਅਕਾਲ ਪੁਰਖ ਦੀ, ਜਿੱਥੇ ਗੱਲ ਹੈ ਅਧਿਆਤਮਕਤਾ ਦੀ, ਉਹ ਹੈ ਸਤ ਸੰਗਤ। ਤੇ ਬੜਿਆਂ ਵੱਡਿਆਂ ਭਾਗਾਂ ਦੇ ਨਾਲ ਮਿਲ ਵਿੱਚ ਬੈਠ ਜਾਣਾ, ਇੱਧਰ ਉੱਧਰ ਦੀਆਂ ਗੱਲਾਂ ਕਰ ਲੈਣੀਆਂ, ਚੁਗਲੀ ਨਿੰਦਾ ਕਰ ਲੈਣੀ ਬਹੁਤ ਸੌਖਾ ਏ, ਪਰ ਸਤ ਸੰਗਤ ਇੱਥੇ ਬੈਠ ਕਰਕੇ ਗੁਰੂ ਕਾ ਜਸ ਸਰਵਣ ਕਰਨਾ ਇਹ ਔਖਾ ਹੈ। ਸਤਿਗੁਰਾਂ ਦਾ ਫਰਮਾਨ ਹੈ ਕਿ ਆਖਣ ਔਖਾ ਸਾਚਾ ਨਾਉ, ਔਖਾ ਏ। ਸੰਗਤ ਦੇ ਵਿੱਚ ਆਉਣਾ ਹੀ ਔਖਾ ਹੈ, ਸੱਚੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਔਖਾ। ਜਿਨ੍ਹਾਂ ਦੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਤੇ ਉਹ ਨਾਮ ਵੀ ਧਿਆਉਂਦੇ ਨੇ, ਆਪ ਜਪਾਏ ਜਪੈ ਸੁਨਾਓ, ਉਹ ਨਾਮ ਜਪਦੇ ਵੀ ਨੇ ਤੇ ਜੀ ਕਰਦੇ ਨੇ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦੇ ਨਾਲ ਅਤੇ ਆਪ ਸਰਬੱਤ ਸਾਧ ਸੰਗਤ ਦੀ ਅਸੀਸ ਦੇ ਨਾਲ, ਜੋ ਕਿ ਨਿਤਨੇਮ ਦੀ ਮਹਾਰਾਜ ਜੀ ਨੇ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਦਾ 5 ਬਾਣੀਆਂ ਦਾ ਨਿਤਨੇਮ ਬਖਸ਼ਿਆ ਏ। ਨਿਤਨੇਮ ਦੇ ਵਿੱਚੋਂ ਦੂਸਰੀ ਬਾਣੀ ਸ਼੍ਰੀ ਜਾਪ ਸਾਹਿਬ ਦਸ਼ਮੇਸ਼ ਦੀ ਉਚਾਰਨ ਕੀਤੀ ਹੋਈ ਹੈ। ਜਿਵੇਂ ਸ਼੍ਰੀ ਜਪਜੀ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਧਾਨ ਗੁਰਬਾਣੀ ਹੈ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਇਸੇ ਪਾਵਨ ਬਾਣੀ ਤੋਂ ਹੈ। ਇਸੇ ਪ੍ਰਕਾਰ ਦਸ਼ਮੇਸ਼ ਪਿਤਾ ਜੀ ਦੀ ਮਹਾਨ ਰਚਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪ੍ਰਾਰੰਭਤਾ ਇਸੇ ਦੀ ਹੈ। ਜਪਜੀ ਸਾਹਿਬ ਕਾਲ ਦਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ। ਤੇ ਜਾਪ ਸਾਹਿਬ ਜੀ ਦੇ ਅੰਦਰ ਵੀ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਸਮਝਾਇਆ ਏ ਕਿ ਉਸ ਅਕਾਲ ਪੁਰਖ ਦੀ ਹਸਤੀ ਕਿਵੇਂ ਦੀ ਹੈ, ਉਹਦੀ ਸੱਤਾ ਕਿਵੇਂ ਦੀ ਹੈ, ਕਿ ਕਿਤੇ ਮੇਰੇ ਗੁਰਸਿੱਖ ਜਿਹੜੇ ਨੇ ਸਰੀਰ ਨੂੰ ਰੱਬ ਮੰਨ ਕੇ ਨਾ ਬੈਠ ਜਾਵਣ, ਅਗਰ ਲੱਗ ਕੇ ਆਪਣਾ ਮਨੁੱਖਾ ਜੀਵਨ ਹੀ ਬਰਬਾਦ ਨਾ ਕਰਨ, ਕਿਤੇ ਪੱਥਰਾਂ ਦੀ ਪੂਜਾ ਦੇ ਵਿੱਚ ਹੀ ਰੁੱਝ ਕੇ ਨਾ ਰਹਿ ਜਾਵਣ, ਕਿਤੇ ਮਸਾਣਾ ਉੱਤੇ ਜਾ ਕੇ ਮੱਥੇ ਰਗੜਦੇ ਹੀ ਨਾ ਆਪਣੇ ਪ੍ਰਾਣ ਦੇ ਦੇਣ, ਇੱਦਾਂ ਉਹਨਾਂ ਦਾ ਜੀਵਨ ਵਿਅਰਥ ਨਾ ਹੋ ਜਾਵੇ। ਤਾਂ ਸਤਿਗੁਰੂ ਜੀ ਨੇ ਸਾਨੂੰ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੇ ਰਾਹੀਂ ਗਿਆਨ ਕਰਵਾਇਆ ਏ ਕਿ ਉਹ ਅਕਾਲ ਪੁਰਖ ਕੈਸਾ ਹੈ, ਸਮਝ ਵਿੱਚ ਆ ਜਾਵੇ। ਤੇ ਤੀਸਰਾ ਛੰਦ ਹੈ ਚਾਚਰੀ ਛੰਦ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਏ। ਚਾਚਰੀ ਛੰਦ, ਚਾਚਰੀ ਤੋਂ ਭਾਵ ਹੈ ਕਿ ਤੇਜ ਗਤੀ। ਚਾਚਰੀ ਤੋਂ ਭਾਵ ਹੈ ਹੋਲੀ ਭਾਵ, ਜਿਵੇਂ ਹੋਲੀ ਦੀ ਖੇਡ ਖੇਡੀ ਜਾਂਦੀ ਹੈ। ਜਿਹੜਾ ਛੇਤੀ ਤੇ ਤੇਜ਼ੀ ਦੀ ਚਾਲ ਚੱਲਣ ਵਾਲਾ ਜਿਹੜਾ ਛੰਦ ਹੈ ਉਸ ਨੂੰ ਚਾਚਰੀ ਕਿਹਾ ਏ। ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਤਲਵਾਰ ਚੱਲਦੀ ਏ, ਕੁਝ ਪਲਾਂ ਦੇ ਵਿੱਚ ਹੀ ਕਟਾਵਟ ਕਰਦੀ ਜਾਂਦੀ ਏ, ਰੁਕਦੀ ਨਹੀਂ, ਬੇਰੋਕ ਚੱਲਦੀ ਏ ਤੇਜ਼ ਗਤੀ ਦੇ ਅੰਦਰ। ਇਸ ਨੂੰ ਕਿਹਾ ਗਿਆ ਹੈ ਚਾਚਰੀ। ਤੇ ਜਿਵੇਂ ਆਸਮਾਨ ਦੇ ਵਿੱਚ ਬਿਜਲੀ ਲਿਸ਼ਕਾਰੇ ਮਾਰਦੀ ਏ, ਇੱਕਦਮ ਪ੍ਰਗਟ ਹੁੰਦੀ ਇਹ ਚਾਚਰੀ ਭਾਵ
ਉਹ ਛੰਦ ਜਿਹੜਾ ਤੇਜ਼ ਗਤੀ ਦੀ ਚਾਲ ਚੱਲਣ ਵਾਲਾ ਹੈ, ਤੇਜ਼ ਚਾਲ ਚੱਲਣ ਵਾਲਾ ਛੰਦ ਕਿਹਾ ਹੈ। ਤੇ ਸਾਹਿਬ ਜੀ ਵਚਨ ਕਰਦੇ ਨੇ, ਮੈਂ ਇਹ ਚਾਲ ਤੇਰੀ ਉਸਤਤ ਦੇ ਵਿੱਚ ਤੇਰੀ ਕਿਰਪਾ ਦੇ ਨਾਲ ਹੀ ਉਚਾਰਨ ਕਰ ਰਿਹਾ। ਤਵੈ ਪ੍ਰਸਾਦ, ਤਵੈ ਭਾਵ ਕੀ ਤੇਰੀ, ਪ੍ਰਸਾਦ ਭਾਵ ਕੀ ਕਿਰਪਾ, ਤੇਰੀ ਰਹਿਮਤ, ਤੇਰੀ ਬਖਸ਼ਿਸ਼ ਦੇ ਨਾਲ ਮੈਂ ਇਹ ਛੰਦ ਜਿਹੜਾ ਹੈ ਉਚਾਰਨ ਕਰਦਾ ਹਾਂ ਮੇਰੇ ਤੇ। ਤਾਂ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਉਹ ਅਕਾਲ ਪੁਰਖ ਕੈਸਾ ਹੈ, ਹੇ ਗੁਰ ਸਿੱਖੋ, ਉਹਦਾ ਅਰੂਪ ਹੈ, ਅਨੂਪ ਹੈ। ਅਰੂਪ ਤੇਰਾ ਕੋਈ ਵਿਸ਼ੇਸ਼ ਕਰਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਬਹੁਤ ਹੀ ਸੋਹਣਾ ਹੈ, ਕੋਈ ਕਾਲਾ ਹੈ, ਕੋਈ ਦੀ ਬਣਤਰ ਬੜੀ ਸੋਹਣੀ ਹੈ, ਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਬੇਡੌਲ ਹੈ। ਉਹ ਰੂਪਾਂ ਤੋਂ ਰਹਿਤ ਹੈ। ਪਰ ਜਿਹੜੇ ਰੂਪ ਸੰਸਾਰ ਦੇ ਵਿੱਚ ਪਰਮਾਤਮਾ ਨੇ ਜੀਵ ਭੇਜੇ ਨੇ, ਜਿਹੜੇ ਰੂਪ ਵਾਲੇ ਨੇ, ਕੋਈ ਸੁੰਦਰ ਹੈ, ਕੋਈ ਕਾਲਾ ਹੈ, ਕੋਈ ਮੋਟਾ ਹੈ, ਕੋਈ ਪਤਲਾ ਹੈ, ਸਾਰਿਆਂ ਰੂਪਾਂ ਦੇ ਵਿੱਚ ਉਹ ਆਇਆ ਵੀ ਹੋਇਆ ਹੈ। ਆਪਣਾ ਉਹਦਾ ਕੋਈ ਰੂਪ ਨਹੀਂ, ਆਪ ਉਹ ਰੂਪ ਤੋਂ ਰਹਿਤ ਹੈ, ਪਰ ਸਾਰਿਆਂ ਰੂਪਾਂ ਦੇ ਵਿੱਚ, ਆਕਾਰਾਂ ਦੇ ਵਿੱਚ ਉਹ ਆਇਆ ਵੀ ਹੋਇਆ ਹੈ। ਉਹ ਅਕਾਲ ਪੁਰਖ ਐਸਾ ਹੈ ਜਿੱਥੇ ਅਰੂਪ ਹੈ ਦੇ ਉੱਪਰ ਬਿੰਦੀ ਹੈ, ਹਾਹੇ ਨੂੰ ਦਲਾਵਾਂ ਦੇ ਉੱਪਰ ਬਿੰਦੀ, ਜਿਸ ਕਰਕੇ ਉਚਾਰਨ ਹੈ ਲਮਕਾ ਕੇ ਹੈ। ਜੇ ਬਿੰਦੀ ਨਾ ਹੋਵੇ ਤੇ ਅਸੀਂ ਉਚਾਰਨ ਕਰਾਂਗੇ ਹੈ, ਅਰੂਪ ਹੈ, ਪਰ ਨਹੀਂ, ਇੱਥੇ ਬਿੰਦੀ ਹੈ, ਇਸ ਕਰਕੇ ਬਿੰਦੀ ਲੱਗੀ ਹੋਣ ਕਾਰਨ ਇਹਦਾ ਉਚਾਰਨ ਹੈ ਅਰੂਪ ਹੈ, ਅਨੂਪ ਹੈ। ਸਾਰੇ ਦੇ ਵਿੱਚ ਜਿਵੇਂ ਜਿਵੇਂ ਉਸਤਤ ਹੈ ਅਕਾਲ ਪੁਰਖ ਦੀ, ਜਿਵੇਂ ਉਹਦੇ ਬਾਬਤ ਸਤਿਗੁਰੂ ਗਿਆਨ ਕਰਵਾਇਆ ਏ, ਤੇ ਨਾਲ ਨਾਲ ਸਤਿਗੁਰਾਂ ਨੇ ਹੈ ਸ਼ਬਦ ਦਾ ਉਚਾਰਨ ਕਰਕੇ ਤੇ ਉੱਪਰ ਬਿੰਦੀ ਜਿਹੜੀ ਹੈ ਅਵਸ਼ ਲਗਾਈ ਹੈ। ਇਸੇ ਕਰਕੇ ਇਹਦਾ ਉਚਾਰਨ ਹੈ ਕਰਕੇ ਹੈ ਕੁਝ ਲਗਾ ਕੇ। ਅਨੂਪ ਹੈ, ਅਨੂਪ ਭਾਵ ਕੀ ਉਪਮਾ ਤੋਂ ਰਹਿਤ ਹੈ। हे ਪ੍ਰਮਾਤਮਾ, ਤੇਰੀ ਕੋਈ ਪੂਰਨ ਰੂਪ ਦੇ ਵਿੱਚ ਵਡਿਆਈ ਨਹੀਂ ਕਰ ਸਕਦਾ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਪ੍ਰਮਾਤਮਾ ਦੀ ਇੰਨੀ ਸਿਫਤ ਸ਼ਲਾਘਾ ਕੀਤੀ ਏ ਕਿ ਉਹਦੀ ਬੰਦਗੀ ਦਾ ਅੰਤ ਹੋ ਗਿਆ ਹੈ। ਨਹੀਂ, ਇੱਥੇ ਅਗਾਹ ਤੋਂ ਅਗਾਹ ਹੈ, ਬੇਅੰਤ ਤੋਂ ਬੇਅੰਤ ਹੈ, ਉਪਮਾ ਤੋਂ ਰਹਿਤ ਹੈ। ਤੇਰੀ ਪੂਰਨ ਰੂਪ ਦੇ ਵਿੱਚ ਕੋਈ ਵਡਿਆਈ ਨਹੀਂ ਤੇ ਕਰ ਸਕਦਾ, ਤੇਰੇ ਪੂਰਨ ਰੂਪ ਦੇ ਵਿੱਚ ਕੋਈ ਗੁਣਾਂ ਨੂੰ ਗਾਇਨ ਨਹੀਂ ਕਰ ਸਕਦਾ। ਜਿਹਬਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਇੱਕ ਜਿਹਬਾ ਦੇ ਨਾਲ, ਇੱਕ ਜਿਹਬਾ ਤਾਂ ਛੱਡੋ, ਗੁਰਬਾਣੀ ਦੇ ਅੰਦਰ ਇਥੋਂ ਤੱਕ ਜ਼ਿਕਰ ਹੈ ਕਿ ਸ਼ੇਸ਼ਨਾਗ ਹਜ਼ਾਰਾਂ ਪਨਾਂ ਦੇ ਨਾਲ ਅਕਾਲ ਦੀ ਉਸਤਤ ਕਰਦਾ ਏ, ਪਰ ਫਿਰ ਉਹ ਅੰਤ ਨਹੀਂ ਪਾ ਸਕਦਾ। ਤੇ ਅਸੀਂ ਇੱਕ ਜਿਹਬਾ ਦੇ ਨਾਲ ਉਹਦਾ ਕੀ ਅੰਤ ਪਾ ਲਵਾਂਗੇ। ਹੇ ਵਾਹਿਗੁਰੂ, ਤੂੰ ਉਪਮਾ ਤੋਂ ਰਹਿਤ ਹੈ, ਅਜੂ ਹੈ, ਅਭੂ ਹੈ। ਅਜੂ ਭਾਵ ਕਿ ਜਨਮ ਤੋਂ ਰਹਿਤ ਹੈ, ਤੇਰਾ ਜਨਮ ਨਹੀਂ ਹੁੰਦਾ, ਤੈਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਤੂੰ ਆਪਣੇ ਆਪ ਤੋਂ ਪ੍ਰਕਾਸ਼ ਹੈ, ਤੇਰਾ ਜਨਮ ਆਪਣੇ ਆਪ ਤੋਂ ਹੈ। ਸਾਰਾ ਸੰਸਾਰ ਇਹ ਤੇਰੀ ਪੈਦਾਇਸ਼ ਹੈ। ਜੋ ਮਨੁੱਖ, ਇਸਤਰੀਆਂ, ਪੁਰਸ਼, ਇਸਤਰੀਆਂ, ਇਹ ਸਾਰਾ ਪਸਾਰਾ ਤੇਰੇ ਤੋਂ ਹੈ। 84 ਉਥੇ ਤੇਰਾ ਨਾਮ ਜਪਣ ਵਾਲੇ ਵੀ ਬੇਖੌਫ ਹਨ। ਪ੍ਰਵਾਹ ਨਾਹੀ ਕਿਸੈ ਕੇਰੀ, ਬਾਦ ਸੱਚੇ ਨਾਹ। ਉਹਨਾਂ ਨੂੰ ਵੀ ਫਿਰ ਇੱਕ ਅਕਾਲ ਤੋਂ ਬਿਨਾਂ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ। ਉਹ ਵੀ ਨਿਡਰ ਹੋ ਜਾਂਦੇ ਨੇ, ਬੇਖੌਫ ਹੋ ਕੇ ਸੰਸਾਰ ਦੇ ਅੰਦਰ ਵਿਚਰਦੇ ਨੇ। ਜਨਮ ਤੋਂ ਰਹਿਤ ਹੈ ਤੇ ਡਰ ਤੋਂ ਰਹਿਤ ਹੈ, ਤੇ ਭੂ ਤੋਂ ਭਾਵ ਹੈ ਕਿ 5 ਤੱਤ ਜਿਨ੍ਹਾਂ ਤੋਂ ਸਾਰੀ ਸ੍ਰਿਸ਼ਟੀ ਦੀ ਰਚਨਾ ਹੈ। ਪ੍ਰਿਥਵੀ, ਅਗਨੀ, ਹਵਾ, ਵਾਯੂ, ਆਕਾਸ਼, 5 ਤੱਤਾਂ ਤੋਂ ਸਾਡੇ ਸਰੀਰ ਬਣੇ ਨੇ, ਮਨੁੱਖੀ ਸਰੀਰ ਬਣਿਆ ਹੈ। 84 ਲੱਖ ਜੂਨ ਦੇ ਗੇੜੇ ਅੰਦਰ ਜਿੰਨੇ ਵੀ ਜੀਵ ਹਨ, ਉਹਨਾਂ ਦੀ ਬਣਤਰ 5 ਤੱਤਾਂ ਤੋਂ ਹੈ। ਪਰ ਇਹ ਵਾਹਿਗੁਰੂ, ਤੂੰ ਐਸਾ ਹੈ ਕਿ 5 ਤੱਤਾਂ ਦੀ ਬਣਤਰ ਤੋਂ ਰਹਿਤ ਹੈ। ਤੇਰਾ ਕਰਕੇ ਨਹੀਂ, ਤੂੰ ਇਹਨਾਂ ਤੋਂ ਰਹਿਤ ਸਰੂਪ ਦਾ ਮਾਲਕ ਹੈ। ਅਲੇਖ ਹੈ, ਅਭੇਖ ਹੈ।
अलेख लेखे तो रहत हैं। जिन्नी ये सारी सृष्टि है, जिन्नी ये सारी रचना तू रची है, ये सारी लेखे जोखे दे अंदर है। ते जिन्नी देर तक लेखा जोखा साडा नहीं मुकदा, उन्नी देर तक जूना दा गेड़ा भी नहीं मुकदा। जिन्नी देर तक साडे कर्मां दे चंगे, जिन्नी देर तक साडा लेखा जोखा खत्म नहीं हो जाता, उन्नी देर तक मुक्ति असंभव है। उन्नी देर तक परमात्मा दे विच असी सारे लेखे जोखे दे अंदर शरीर दे विच हां। ते जिन्नी देर तक शरीर दे विच हां, कर्मां दे करके चंगियां लेखां सुख भी भोगांगे, माड़ियां लेखां करके दुख भी साडे शरीर ते आउणगे। दुख सुख दोए कपड़े पहरे जाए मनुख। कपड़ियां दी भोगदा है ते कदे दुखां दे विच आ जांदा है। सारा कुछ लेखियां करके आउंदा है। कीते होए कर्मां दे जो लेख बन जांदे ने, उन्हां दा फल भोगना ही पैंदा है। पर हे वाहिगुरू, तू ऐसा है, सारी सृष्टि लेखे दे विच है, पर तू लेखे तो रहत है। ते जेड़े तेरा नाम जपण वाले ने, सिफत करन वाले ने, वो भी लेखियां तो रहत हो जाते ने। अभेख है, भेखां तो रहत है। तेरा कोई खास भेस नहीं कि तू भगवे कपड़े पाउण वालियां उत्ते ही रीझदा है, जां तू काला लिबास पहनण वालियां उत्ते ही रीझदा है, जां तू केसरी बाणा उत्ते ही रीझदा है, जां नीला बाणा पाउण वालियां उत्ते ही खुश हुंदा है। कोई खास पहरावा नहीं, सिर्फ तेरे हिरदे तेनू जो हिरदे तो ध्या लेंदा है, प्रेम दे सहत परमात्मा दे गोबिंद भाऊ भगत का भुखा, केवल प्रेम दा ही भुखा है। कोई भी किसी भी लिबास विच हिरदे तो प्रेम सहत नाम जप लेंदा है, भावें गरीबी दे विच है ते भावें कोई बादशाह ते भावें कोई कंगाल है। जेड़ा तेनू प्रेम नाल याद करदा, तेरे नाम नू धिंदा है, ओदे उत्ते ही तेरी खुशी हो जाती है। रहत है लिबासां दे उत्ते नहीं रीझदा, प्रेम दे उत्ते खुश हुंदा है। सो ऐस प्रकार भेखां तो अनाम है, अकाम है, नामा तो रहत है। विशेष करके तेरा कोई नाम नहीं। कोई तेनू राम कहदा है, कोई वाहिगुरू आखदा, कोई अल्लाह कहंदा है। बेअंत नावां दे नाल तेरा जाप जपिया जांदा है, पर केवल प्रेम दी गल है। प्रेम सहत कोई भी नाम लैके तेरा जाप जप लवे, उहदे उत्ते कोई इच्छा नहीं, तेरे अंदर कोई कामना नहीं, तेरे अंदर कोई अछावा नहीं, तो काम दी बिरती तो भी रहत है। ते जेड़ा तेरे नाल जुड़ जाते ने, गुरु का खालसा, जिन्हों गुरु गोबिंद सिंह महाराज सच्चे पातशाह जी ने ऐसा बाणी ते बाणा ते ऐसी रहत मर्यादा बख्शी है, ज्ञान करवाया है कि परमेश्वर काम तो रहत है, गुरु काम तो रहत है। ते गुरु का खालसा जो गुरु दे राही अकाल नूं ध्याउण वाला है, वो भी काम तो रहत है। यही कारण सी जेड़े गुरु के सिख जां जेड़ा गुरु का खालसा, गुरु के सिंह मरजीवड़े सूरमे, जद वो सतगुरु जी दे दसे होए हुक्मां दे अनुसार दिते होए उपदेशां जेड़े मुगल जरवाणे लोकां दियां धीआं भैणां नूं चुक के लै जांदे सी ते सिंह सूरमे छुड़वाया करदे सी। इज्जत सहत उन्हां नूं घरां च पहुँचा के आउणा ते ਉਹ ਮੁਗਲਾਂ ਦੇ ਹੱਥੋਂ ਛੜਾਈਆਂ ਹੋਈਆਂ ਹਿੰਦੂਆਂ ਦੀਆਂ ਧੀਆਂ ਭੈਣਾਂ, ਆਮ ਲੋਕਾਂ ਦੀਆਂ ਬੱਚੀਆਂ, ਉਹਨਾਂ ਨੇ ਤਰਲੇ ਕਰਨੇ। ਅਸੀਂ ਇਹਨਾਂ ਦੇ ਘਰਾਂ ਦੇ ਵਿੱਚ ਰਹਿਣਾ ਨਹੀਂ ਚਾਹੁੰਦੀਆਂ ਕਿ ਜਿਹੜੇ ਸਾਡੀ ਇੱਜ਼ਤ ਰਾਖੀ ਵੀ ਨਹੀਂ ਕਰ ਸਕਦੇ। ਸਾਡੇ ਮਾਂ ਬਾਪ, ਸਾਡੇ ਭਰਾ, ਇਹ ਸਾਡੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ। ਲੱਗੀਆਂ ਆ ਉਹ ਸਾਡੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ। ਚੁੱਪਚਾਪ ਹੁੰਦਿਆਂ ਦੇਖਦੇ ਰਹਿੰਦੇ ਨੇ, ਤਮਾਸ਼ਾ ਬਣਦਾ ਵੇਖਦੇ ਰਹਿੰਦੇ ਨੇ।
ਅਸੀਂ ਐਸੇ ਨਾਮਰਦਾਂ ਦੇ ਕੋਲ ਰਹਿਣਾ ਨਹੀਂ ਚਾਹੁੰਦੀਆਂ। ਅਸੀਂ ਤੁਹਾਡੇ ਵਰਗੇ ਸੂਰਮਿਆਂ ਦੇ ਘਰਾਂ ਦੇ ਵਿੱਚ ਵਸੇਬਾ ਚਾਹੁੰਦੀਆਂ ਹਾਂ, ਜਿਹੜੇ ਆਪ ਤਾਂ ਕਿਸੇ ਦੀ ਧੀ ਭੈਣ ਵੱਲ ਬੁਰੀ ਨਿਗਾਹ ਨਾਲ ਕੀ ਤੱਕਣਾ ਏ, ਕਿਸੇ ਨੂੰ ਤੱਕਣ ਵੀ ਨਹੀਂ ਦਿੰਦੇ ਤੇ ਉਹਦਾ ਮੂੰਹ ਭੰਨਵਾਂ ਜਵਾਬ ਦਿੰਦੇ ਨੇ। ਪਰ ਸਿੰਘਾਂ ਨੇ ਅੱਗੋਂ ਇਹੀ ਜਵਾਬ ਦੇਣਾ ਕਿ ਸਾਡੇ ਗੁਰੂ ਦਾ ਸਾਨੂੰ ਹੁਕਮ, ਸਾਡੇ ਗੁਰੂ ਦਾ ਹੁਕਮ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣ। ਅਸੀਂ ਜਾਪ ਸਾਹਿਬ ਜੀ ਦੀ ਬਾਣੀ ਪੜ੍ਹਨ, ਗੁਰੂ ਜੀ ਦੀ ਮਰਿਆਦਾ ਉੱਤੇ ਪਹਿਰਾ ਦੇਣ ਵਾਲੇ ਆ। ਸਾਡੇ ਗੁਰੂ ਦਾ ਸਾਨੂੰ ਦੀ ਰੱਖਿਆ ਕਰਨੀ ਹੈ। ਜ਼ੁਲਮ ਕਿਸੇ ਤੇ ਕਰਨਾ ਨਹੀਂ ਤੇ ਜ਼ੁਲਮ ਕਿਸੇ ਤੇ ਹੋਣ ਨਹੀਂ ਦੇਣਾ। ਆਪਣੇ ਤੇ ਵੀ ਨਹੀਂ ਸਹਿਣ ਕਰ, ਕਿਸੇ ਤੇ ਵੀ ਨਹੀਂ ਸਹਿਣ ਕਰਨ ਦੇਣਾ। ਇਸ ਕਰਕੇ ਗਊ ਗਰੀਬ ਦੀ ਰੱਖਿਆ ਕਰਨ ਦੇ ਹਿੱਤ ਹੀ ਇਹ ਸਾਰਾ ਕਾਰਜ ਕਰਦੇ ਆ। ਪਤਨੀ ਤੋਂ ਇਲਾਵਾ ਹੋਰ ਸਾਰੀਆਂ ਮਾਵਾਂ ਦੇ ਬਰਾਬਰ ਸਤਿਕਾਰਯੋਗ ਨੇ। ਉਹਨਾਂ ਦੇ ਸਤਿਕਾਰ ਇੱਜ਼ਤ ਨੂੰ ਬਚਾਉਣਾ ਇਹ ਸਾਡਾ ਫਰਜ਼ ਨਹੀਂ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਬਚਨ ਕਰਦੇ ਨੇ, ਖਾਲਸਾ ਜੀ ਉਹ ਵਾਹਿਗੁਰੂ ਐਸਾ ਹੈ ਜੋ ਕਾਮ ਤੋਂ ਰਹਿਤ ਹੈ, ਬਾਹਰਲੀਆਂ ਇੱਛਾਵਾਂ ਤੋਂ ਵੀ ਰਹਿਤ ਹੈ, ਅਤੇ ਹੈ ਅਭੇ ਹੈ, ਅਤੇ ਤੇ ਭਾਵ ਕੀ ਬੁੱਧੀ ਤੋਂ ਰਹਿਤ ਹੈ। ਕਿਸੇ ਪ੍ਰਕਾਰ ਦੇ ਨਾਲ ਧਿਆਨ ਲਗਾਉਣ ਦੀ ਵਾਹਿਗੁਰੂ ਨੂੰ ਕੋਈ ਲੋੜ ਨਹੀਂ। ਸਾਡੇ ਵਰਗਿਆਂ ਨੂੰ ਲੋੜ ਹੈ ਜੋ ਅਸੀਂ ਆਪਣੀ ਪਰਮ ਸ਼ਕਤੀ ਤੋਂ ਵਿਛੜੇ, ਵਰਗਿਆਂ ਨੂੰ ਲੋੜ ਹੈ ਕਿ ਅਸੀਂ ਬੁੱਧੀ ਦੇ ਨਾਲ ਪਰਮੇਸ਼ਰ ਦੇ ਵਿੱਚ ਧਿਆਨ ਜੋੜੀਏ, ਅਸੀਂ ਉਹਦੀ ਬੰਦਗੀ ਦੇ ਵਿੱਚ ਇਕਾਗਰ ਚਿੱਤ ਹੋ ਕੇ ਬੈਠੀਏ। ਉਹਨੂੰ ਕਿਸੇ ਪ੍ਰਕਾਰ ਦਾ ਸਿਮਰਨ ਕਰਨ ਦੀ ਲੋੜ ਨਹੀਂ। ਉਹ ਧਿਆਨ ਤੋਂ ਰਹਿਤ ਹੈ, ਬੁੱਧੀ ਤੋਂ ਰਹਿਤ ਹੈ, ਅਭੇ ਹੈ, ਭੇ ਭਾਵ ਕੀ ਭੇਦ ਭਾਵ ਤੋਂ ਰਹਿਤ ਹੈ। ਤੂੰ ਕਿਸੇ ਨਾਲ ਕਿਸੇ ਪ੍ਰਕਾਰ ਵੀ ਭੇਦ ਭਾਵ ਨਹੀਂ ਕਰਦਾ। ਭੇ ਭਾਵ ਕੀ ਖਾਲਸਾ ਪੰਥ ਪ੍ਰਗਟ ਕਰਦੇ ਹੋ, ਇਸ ਕਾਰਜ ਨੂੰ ਪੂਰਾ ਕਰਨ ਹਿੱਤ ਭੇਜਿਆ। ਉਹ ਸਤਿਗੁਰੂ ਮਹਾਰਾਜ ਜੀ ਨੇ ਜ਼ੁਲਮ ਦਾ ਮੁਕਾਬਲਾ 14 ਜੰਗਾਂ ਲੜੀਆਂ ਨੇ ਤੇ ਜਿੰਨੇ ਵੀ ਯੁੱਧ ਸਤਿਗੁਰੂ ਪਾਤਸ਼ਾਹ ਜੀਆਂ ਨੇ ਕੀਤੇ ਨੇ, ਮੁਗਲ ਜਰਵਾਣੇ ਚੜ੍ਹ ਕੇ ਆਏ ਨੇ ਫੌਜਾਂ ਦੇ ਸਹਿਤ, ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਵਾਂ, ਜਿੱਤ ਨਹੀਂ ਸਕੇ। ਮੂੰਹ ਦੀ ਖਾ ਕੇ ਗਏ ਨੇ, ਆਪਣੀ ਮੌਤ ਦੇ ਜਾ ਕੇ ਡਿੱਗੇ ਨੇ, ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀਆਂ ਦੇ ਉੱਤੇ ਜਿੱਤ ਹਾਸਲ ਨਹੀਂ ਜੇ ਕਰ ਸਕੇ। ਅਜੀਤ ਹੈ, ਜਿਵੇਂ ਤੂੰ ਅਜਿੱਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ, ਤੇਰੀ ਬੰਦਗੀ ਕੋਈ ਜਿੱਤ ਨਹੀਂ ਸਕਦਾ। ਤੇ ਅਧਿਆਤਮਿਕ ਪੱਧਰ ਦੇ ਉੱਤੇ ਵਕਾਰ ਗੁਰਸਿੱਖ ਦੇ ਉੱਤੇ ਬੰਦਗੀ ਕਰਨ ਵਾਲੇ ਦੇ ਉੱਤੇ ਜਿੱਤ ਨਹੀਂ ਜੇ ਪਾ ਸਕਦੇ, ਵਕਾਰ ਨਹੀਂ ਪਾ ਸਕਦੇ, ਸਗੋਂ ਬੰਦਗੀ ਕਰਨ ਵਾਲਾ ਉਹ ਇਹਨਾਂ ਵਕਾਰਾਂ ਨੂੰ ਜਿੱਤ ਲੈਂਦਾ ਹੈ, ਆਪ ਨਹੀਂ ਜਿੱਤਿਆ ਜਾਂਦਾ। ਅਜੀਤ ਹੈ, ਅਭੀਤ ਹੈ, ਭੀਤ ਭਾਵ ਕੀ ਜੜਤਾਈ ਮੂਰਖਤਾਈ ਤੋਂ ਰਹਿਤ ਹੈ, ਤ੍ਰਿਮਾਨ ਹੈ, ਨਿਧਾਨ ਹੈ। ਤ੍ਰਿਮਾਨ ਭਾਵ ਕੀ ਤਿੰਨਾਂ ਦਾ ਮਾਨ ਯੋਗ ਹੈ। ਤਿੰਨਾਂ ਜਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਦੇ ਵਿੱਚ ਤੂੰ ਮੰਨਣ ਯੋਗ ਹੈ। ਇੱਥੇ ਆ ਸਿਮਰਨ ਕਰਨ ਕਰਕੇ, ਗੁਰੂ ਦੀ ਸੇਵਾ ਕਰਨ ਕਰਕੇ ਪਰਲੋਕ ਵੀ ਸਵਰ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਤ੍ਰਿਮਾਨ ਹੈ, ਨਿਧਾਨ ਹੈ, ਤੂੰ ਨਿਧੀਆਂ ਦਾ ਖਜ਼ਾਨਾ ਹੈ। ਤੇਰਾ ਜਾਪ ਕਰਨ ਕਰਕੇ, ਤੇਰੀ ਬੰਦਗੀ ਕਰਨ ਕਰਕੇ ਸਾਰਾ ਕੁਝ ਹੀ ਮਿਲ ਜਾਂਦਾ ਹੈ, ਕਿਸੇ ਪ੍ਰਕਾਰ ਦਾ ਘਾਟਾ ਕੋਈ ਨਹੀਂ ਰਹਿ ਜਾਂਦਾ। ਤ੍ਰਿਵਰਗ ਹੈ, ਅਸਰਗ ਹੈ। ਤ੍ਰਿਵਰਗ ਤਿੰਨਾਂ ਰੰਗਾਂ ਦੇ ਵਿੱਚ ਮੌਜੂਦ ਹੈ। ਮਾਇਆ ਦੇ 13 ਗੁਣ, ਰਜੋ ਤਮੋ ਸਤੋ, ਜਿਨ੍ਹਾਂ ਗੁਣਾਂ ਦੇ ਵਿੱਚ ਇਹ ਸਾਰੀ ਖੇਡ ਖੇਡੀ ਜਾ ਰਹੀ ਹੈ, ਸਾਰਾ ਸੰਸਾਰ ਹੀ ਖੇਡ ਰਿਹਾ ਹੈ। ਵਾਹਿਗੁਰੂ ਇਹ ਤਿੰਨਾਂ ਰੰਗਾਂ ਦੇ ਵਿੱਚ ਵੀ ਤੂੰ ਵਸਿਆ ਹੋਇਆ ਹੈ। ਇਹਨਾਂ ਤਿੰਨਾਂ ਰੰਗਾਂ ਦੇ ਵਿੱਚ ਤੂੰ ਵਿਆਪਕ ਹੈ। ਅਸਰਗ, ਅਸਰਗ ਭਾਵ ਕੀ ਸੰਸਾਰ ਤੇਰੀ ਪੈਦਾਇਸ਼ ਹੈ, ਤੇਰਾ ਪੈਦਾ ਕੀਤਾ ਹੋਇਆ ਹੈ, ਪਰ ਆਪ ਤੂੰ ਸੰਸਾਰ ਤੋਂ ਰਹਿਤ ਹੈ। ਸੰਸਾਰ ਦੇ ਵਿੱਚ ਹੈ, ਪਰ ਸੰਸਾਰ ਦਾ ਤੇਰੇ ਉੱਤੇ ਕੋਈ ਅਸਰ ਨਹੀਂ।
ਸੰਸਾਰ ਦੇ ਵਿੱਚ ਵਸਿਆ ਵੀ ਹੋਇਆ ਏ, ਪਰ ਨਾਲ ਦੀ ਨਾਲ ਨਿਰਲੇਪ ਵੀ ਹੈ। ਇਹਦੇ ਵਿੱਚ ਰਚਿਆ ਹੋਇਆ ਨਹੀਂ, ਖੁੱਭਿਆ ਹੋਇਆ ਨਹੀਂ। ਅਨੀਲ ਹੈ, ਅਨਾਦ ਹੈ, ਅਨੀਲ ਰਹਿਤ ਹੈ, ਰੰਗ ਤੋਂ ਰਹਿਤ ਹੈ। ਤੇਰਾ ਵਿਸ਼ੇਸ਼ ਕੋਈ ਰੰਗ ਨਹੀਂ, ਤੇ ਗਿਣਤੀ ਕਰਕੇ ਵੀ ਨਹੀਂ ਕਿਹਾ ਜਾ ਸਕਦਾ ਕਿ ਉਸ ਪਰਮੇਸ਼ਰ ਦਾ ਪਸਾਰਾ ਕਿੰਨਾ ਕੁ ਹੈ। ਹੇ ਵਾਹਿਗੁਰੂ, ਤੇਰੀ ਕਿਸੇ ਵੀ ਦਾਤ ਨੂੰ ਗਿਣਤੀ ਵਿੱਚ, ਮਾਪ ਤੋਲ ਦੇ ਵਿੱਚ ਤੋਲਿਆ ਨਹੀਂ ਜਾ ਸਕਦਾ, ਅੰਕੜਿਆਂ ਦੇ ਵਿੱਚ ਦੱਸਿਆ ਨਹੀਂ, ਬਖਸ਼ਿਸ਼ ਨੂੰ ਨਹੀਂ ਤੋਲਿਆ ਜਾ ਸਕਦਾ। ਫਿਰ ਤੈਨੂੰ ਕਿੱਦਾਂ ਤੋਲ ਲਵਾਂਗੇ, ਜਾਂ ਤੈਨੂੰ ਅੰਕੜਿਆਂ ਦੇ ਰਾਹੀਂ ਅਸੀਂ ਕਿੱਦਾਂ ਕਥਨ ਕਰ ਲਵਾਂਗੇ? ਨਹੀਂ ਕਥਨ ਕੀਤਾ ਜਾ ਸਕਦਾ। ਗਿਣਤੀ ਤੋਂ ਰਹਿਤ ਹੈ, ਰੰਗਾਂ ਤੋਂ ਰਹਿਤ ਹੈ, ਅਨਾਦ ਹੈ, ਅਨਾਦ। ਸਾਰਾ ਸੰਸਾਰ ਤੇਰੇ ਤੋਂ ਉਪਜਿਆ ਹੈ, ਸਾਰਿਆਂ ਦਾ ਆਦ ਤੂੰ ਹੈ, ਤੇਰੇ ਤੋਂ ਸ਼ੁਰੂਆਤ ਹੈ, ਤੇਰੇ ਤੇ ਹੀ ਇਹ ਸੰਸਾਰ ਦੀ ਸਮਾਪਤੀ ਹੈ। ਇੱਕ ਤੋਂ ਸੰਸਾਰ ਉਪਜ ਹੈ ਤੇ ਇੱਕ ਤੇ ਹੀ ਖਤਮ ਹੈ। ਸਾਰਾ ਸੰਸਾਰ ਦਾ ਆਦ ਤੂੰ ਹੈ, ਮੁੱਢ ਤੂੰ ਹੈ, ਸ਼ੁਰੂਆਤ ਤੇਰੇ ਤੋਂ ਹੈ, ਪਰ ਆਪ ਆਦ ਹੈ, ਅਨਾਦ ਹੈ, ਆਦ ਤੋਂ ਰਹਿਤ ਸਰੂਪ ਵਾਲਾ ਹੈ। ਕੋਈ ਨਹੀਂ ਕਹਿ ਸਕਦਾ ਕਿ ਕਿਹੜਾ ਵੇਲਾ ਸੀ, ਕਿਹੜਾ ਸਮਾਂ ਸੀ ਤੇ ਕਿਸ ਪ੍ਰਕਾਰ ਦੇ ਨਾਲ ਪਰਮੇਸ਼ਰ ਹੋਂਦ ਵਿੱਚ ਆਇਆ, ਕੋਈ ਨਹੀਂ ਕਰ ਸਕਦਾ। ਅਨਾਦ ਹੈ, ਆਦ ਤੋਂ ਰਹਿਤ ਹੈ, ਅਜੇ ਹੈ, ਆਜ਼ਾਦ ਹੈ, ਅਜੇ ਅਜਿਤ ਹੈ, ਰਹਿਤ ਹੈ, ਆਜ਼ਾਦ ਸੁਤੰਤਰ ਹੈ। ਤੈਨੂੰ ਕਿਸੇ ਦੀ ਗੁਲਾਮੀ ਨਹੀਂ, ਤੂੰ ਕਿਸੇ ਦੇ ਨਹੀਂ। ਜਿਵੇਂ ਅਕਾਲ ਪੁਰਖ ਆਜ਼ਾਦ ਹੈ, ਤਿਵੇਂ ਅਕਾਲ ਦੀ ਫੌਜ ਹੈ ਖਾਲਸਾ। ਖਾਲਸਾ ਵੀ ਆਜ਼ਾਦ ਹੈ, ਸੁਤੰਤਰ ਹੈ, ਬਾਦਸ਼ਾਹ ਹੈ। ਨਹੀਂ ਕਰਦਾ, ਇਹ ਵੀ ਕਾਇਰਤਾ ਵਿੱਚ ਆ ਕਰਕੇ ਕਿਸੇ ਦੇ ਅੱਗੇ ਗੋਡੇ ਨਹੀਂ ਜੇ ਟੇਕਦਾ। ਅਣਖ ਤੇ ਗੈਰਤ ਨਾਲ ਜ਼ਿੰਦਗੀ ਕੱਟਦਾ ਹੈ ਤੇ ਉਹਦੇ ਵਾਸਤੇ ਜੇ ਇਹਨੂੰ ਆਪਣਾ ਸਿਰ ਵੀ ਦੇਣਾ ਪਵੇ ਤਾਂ ਉਹਦੇ ਵਾਸਤੇ ਵੀ ਝਿਜਕ ਨਹੀਂ ਕਰਦਾ। ਦਿਲ ਖੋਲ ਕੇ ਜਿਉਂਦਾ ਹੈ, ਆਜ਼ਾਦੀ ਸਹਿਤ ਜਿਉਂਦਾ ਹੈ। ਪਰਮੇਸ਼ਰ ਆਜ਼ਾਦ ਹੈ ਤੇ ਉਹਦੀ ਖਾਲਸਾ ਕਹਾਉਣ ਵਾਲੀ ਫੌਜ ਉਹ ਵੀ ਆਜ਼ਾਦ ਹੈ। ਅਜਨਮ ਹੈ, ਅਵਰਨ ਹੈ, ਜਨਮ ਤੋਂ ਰਹਿਤ ਹੈ। ਤੇਰਾ ਜਨਮ ਨਹੀਂ ਹੋਇਆ। ਅਵਰਨ ਹੈ, ਰੰਗਾਂ ਤੋਂ ਰਹਿਤ ਹੈ। ਚਾਰ ਵਰਨ ਨੇ, ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ। ਚੌਹਾਂ ਦੇ ਵਿੱਚੋਂ ਕਿਸੇ ਦੀ ਵੀ ਗਿਣਤੀ ਵਿੱਚ ਤੇਰਾ ਵਜੂਦ ਨਹੀਂ। ਤੇਰਾ ਸਰੂਪ ਐਸਾ ਹੈ, ਕੋਈ ਇਹ ਨਹੀਂ ਕਹਿ ਸਕਦਾ ਕਿ ਬ੍ਰਾਹਮਣ ਹੈ ਜਾਂ ਤੂੰ ਕਸ਼ਤਰੀ ਹੈ ਜਾਂ ਵੈਸ਼ ਹੈ ਜਾਂ ਸ਼ੂਦਰ। ਤੂੰ ਇਹਨਾਂ ਸਾਰੀਆਂ ਵਰਨਾਂ ਤੋਂ ਰਹਿਤ ਸਰੂਪ ਵਾਲਾ ਹੈ। ਅਭੂਤ ਹੈ, ਅਭਰਨ ਹੈ, ਅਭੂਤ। ਪੰਜ ਤੱਤਾਂ ਤੋਂ ਰਹਿਤ ਰੂਪ ਵਾਲਾ ਹੈ। ਅਭਰਨ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਵੀ ਤੂੰ ਹੈ। ਤੇਰੇ ਤੋਂ ਬਿਨਾਂ ਕੋਈ ਤਾਕਤ ਹੀ ਨਹੀਂ ਜੋ ਜੀਵਾਂ ਦੀ ਪਾਲਣਾ ਕਰ ਸਕੇ। ਇੱਥੋਂ ਤੱਕ ਮਨੁੱਖ ਨੂੰ ਤਾਂ ਰੋਜੀ ਦੇਣੀ ਹੀ ਹੈ। ਪੱਥਰਾਂ ਦੇ ਵਿੱਚ ਵੀ ਜੀਵ ਪੈਦਾ ਕੀਤੇ ਨੇ। ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆ ਗਿਆ ਕਰ ਧਰਿਆ। ਪੱਥਰਾਂ ਦੇ ਵਿੱਚ ਵੀ ਪੈਦਾ ਕੀਤੇ ਹੋਏ ਜਿਹੜੇ ਤੇਰੇ ਜੀਵ ਨੇ, ਤੂੰ ਉਹਨਾਂ ਨੂੰ ਵੀ ਰਿਜ਼ਕ ਪੜਾ ਰਿਹਾ ਹੈ। ਅਭਰਨ ਹੈ, ਪਾਲਣਾ ਕਰਨ ਵਾਲਾ ਹੈ ਸਾਰਿਆਂ ਦੀ, ਪਰ ਆਪ ਪਾਲਣਾ ਤੋਂ ਰਹਿਤ ਹੈ। ਤੈਨੂੰ ਕਿਸੇ ਨੇ ਪਾਲਿਆ ਹੋਇਆ ਨਹੀਂ। ਤੈਨੂੰ ਕੋਈ ਰਿਜ਼ਕ ਦੇ ਕੇ ਪਾਲਣ ਪੋਸ਼ ਕੇ ਵੱਡਾ ਨਹੀਂ ਕਰ ਰਿਹਾ। ਤੂੰ ਆਜ਼ਾਦ ਹਸਤੀ ਦਾ ਮਾਲਕ ਹੈ। ਅਗੰਜ ਹੈ, ਅਭੰਜ ਹੈ। ਅਗੰਜ ਕੱਟਣ ਤੋਂ ਰਹਿਤ ਹੈ, ਗੰਜ ਗਿਣਤੀ ਤੋਂ ਰਹਿਤ ਹੈ। ਅਭੰਜ ਹੈ, ਭੱਜਣ ਤੋਂ ਰਹਿਤ ਹੈ। ਕੋਈ ਤੈਨੂੰ ਭੰਨ ਨਹੀਂ ਸਕਦਾ। ਤੂੰ ਐਸੀ ਹਸਤੀ ਦਾ ਮਾਲਕ ਹੈ ਕਿ ਜਿੰਨੀ ਸ੍ਰਿਸ਼ਟੀ ਰਚੀ ਹੋਈ ਹੈ, ਜੇਕਰ ਤੂੰ ਇਹਨੂੰ ਭੰਨਣ ਤੇ ਆ ਜਾਵੇਂ ਤੇ ਕੁਝ ਮਿੰਟ ਪਲਾਂ ਦਾ ਸਮਾਂ ਲਗਾਉਂਦਾ ਏ। ਹਰਨ ਭਰਨ ਜਾਗਾ ਨੇਤਰ ਫੋਰ। ਜਿਸ ਨੂੰ ਸੰਸਾਰ ਬਣਾਉਣ ਲੱਗਿਆਂ ਤੇ ਭੰਨਣ ਲੱਗਿਆਂ ਇੱਕ ਨਿਮਕ ਪਲ ਦਾ ਸਮਾਂ ਲੱਗਦਾ ਏ, ਪਰ ਤੇਰਾ ਸਰੂਪ ਐਸਾ ਹੈ ਜੋ ਭੰਨਿਆ ਨਹੀਂ ਜਾ ਸਕਦਾ। ਭੱਜਣ ਤੋਂ ਰਹਿਤ ਹੈ, ਅਚੰਜ ਹੈ, ਝੂਝ ਪਬਗੀ ਜੂਝਣ ਤੋਂ ਰਹਿਤ ਹੈ। हे परमात्मा, ਤੈਨੂੰ ਕਿਸੇ ਪ੍ਰਕਾਰ ਦਾ ਕੋਈ ਝਗੜਾ ਨਹੀਂ, ਕੋਈ ਕਲਾ ਨਹੀਂ, ਕੋਈ ਕਲੇਸ਼ ਨਹੀਂ। ਤੂੰ ਜੂਝਣ ਤੋਂ ਰਹਿਤ ਹੈ, ਝਗੜਿਆਂ ਤੋਂ ਰਹਿਤ ਹੈ।
ਅਝੰਜ ਹੈ ਜਿਵੇਂ ਪੱਤੇ ਝੜਨਾ। ਤੂੰ ਕਿਸੇ ਪ੍ਰਕਾਰ ਦੇ ਨਾਲ ਝੜ ਨਹੀਂ ਸਕਦਾ, ਖਤਮ ਨਹੀਂ ਹੋ ਸਕਦਾ, ਨਾਸ਼ ਨਹੀਂ ਹੋ ਸਕਦਾ। ਅਝੰਜ ਹੈ ਭਾਵ ਕਿ ਝੜਨ ਤੋਂ ਰਹਿਤ ਹੈ। ਅਮੀਕ ਹੈ, ਰਫੀਕ ਹੈ। ਅਮੀਕ ਮੁਕਤ ਰੂਪ ਦਾ ਮਾਲਕ ਹੈ। ਅਮੀਕ ਸਾਰਿਆਂ ਦਾ ਮਿੱਤਰ ਰੂਪ ਹੈ, ਅਥਾਹ ਹੈ, ਬੇਅੰਤ ਹੈ, ਡੂੰਘਾ ਹੈ। ਤੇਰੀ ਗਮਤਾ ਨਹੀਂ ਪਾਈ ਜਾ ਸਕਦੀ। ਅਮੀਕ ਭਾਵ ਕਿ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ, ਤੂੰ ਇੱਕੋ ਹੀ ਅੰਮ੍ਰਿਤ ਰੂਪ ਹੈ। ਇੱਕ ਤੇਰੀ ਹੀ ਐਸੀ ਤਾਕਤ ਹੈ, ਇੱਕ ਤੇਰੀ ਹੀ ਐਸੀ ਸੱਤਾ ਹੈ ਜਿਹਦੇ ਨਾਲ ਜੁੜ ਕੇ, ਜਿਹਦਾ ਸਿਮਰਨ ਕਰਨ ਕਰਕੇ ਮੁਕਤੀ ਦੀ ਦਾਤ ਮਿਲਦੀ ਹੈ। क्योंकि तू आप मुक्त रूप है, आप तू एक आज़ाद हस्ती है। तेरा सिमरन करके ही वकारा तो छुटकारा है, तेरा सिमरन करके ही माया तो छुटकारा है, तेरा सिमरन करके ही ये जीवन तो छुटकारा। जिस प्रकार भगत पीपा जी जिन्हां दी बाणी श्री गुरु ग्रंथ साहिब महाराज जी दे अंदर दर्ज है, राजे सन ते नाल ही वैष्णव भगत सी। पर एक दिन ਵੱਡਿਆਂ ਭਾਗਾਂ ਦੇ ਨਾਲ ਮੰਨੇ ਪਰਮੰਨੇ ਪਹੁੰਚੇ ਹੋਏ ਸੰਤਾਂ ਦਾ ਮਿਲਾਪ ਹੋ ਗਿਆ। ਉਹਨਾਂ ਸੰਤਾਂ ਨੇ ਬਚਨ ਕੀਤੇ ਕਿ ਤੁਸੀਂ ਵੈਸ਼ਨਵ ਭਗਤ ਜੇ ਦੇਵੀ ਦੇ ਭਗਤ ਹੋ, ਪਰ ਦੇਵੀ ਦੀ ਆਰਾਧਨਾ ਕਰਨ ਦੇ ਨਾਲ ਰਾਜ ਭਾਗ ਤੇ ਮਿਲ ਸਕਦਾ ਏ, ਐਸ਼ੋ ਆਰਾਮ ਤੇ ਮਿਲ ਸਕਦੇ ਨੇ, ਮੂੰਹ ਮੰਗਿਆ ਇਨਾਮ ਵੀ ਮਿਲ ਸਕਦਾ ਹੈ, ਜੋ ਖਵਾ ਪੂਰੀਆਂ ਤਾਂ ਹੋ ਸਕਦੀਆਂ ਨੇ, ਪਰ ਜੋ ਜੀਵਨ 84 ਲੱਖ ਜੂਨ ਦਾ ਗੇੜਾ ਜਿਹੜਾ ਏ ਉਹ ਨਹੀਂ ਕੱਟਿਆ ਜਾ ਸਕਦਾ। ਭਗਤ ਜੀ ਕਹਿਣ ਲੱਗੇ ਕਿ ਮੈਂ ਤੇ ਮੁਕਤੀ ਦੇਵੀ ਦੇ ਕੋਲੋਂ ਹੀ ਲਵਾਂਗਾ। ਮਹਾਂਪੁਰਖਾਂ ਨੇ ਉਹਨਾਂ ਦੀ ਗੱਲ ਸੁਣ ਕੇ ਕੋਈ ਉਹ ਬਚਨ ਨਹੀਂ ਕੀਤਾ ਤੇ ਚੁੱਪ ਰਹੇ ਨੇ। ਭਗਤ ਪੀਪਾ ਜੀ ਮੰਦਿਰ ਦੇ ਵਿੱਚ ਚਲੇ ਗਏ, ਦੇ ਰਹੇ ਦੇਵੀ ਦੀ ਆਰਾਧਨਾ ਕਰਦੇ ਰਹੇ ਨੇ। ਦੇਵੀ ਨੂੰ ਆਖਰ ਪ੍ਰਗਟ ਹੋਣਾ ਪਿਆ ਤੇ ਕਹਿਣ ਲੱਗੀ ਕਿ ਭਗਤ ਜੀ, ਭਗਤ ਪੀਪਾ ਜੀ, ਤੁਸੀਂ ਬੰਦਗੀ ਕਰ ਰਹੇ ਹੋ, ਹੁਣ ਦੱਸੋ ਜੋ ਤੁਸੀਂ ਵਾਰ ਮੰਗਣਾ ਹੈ ਉਹ ਮੈਂ ਤੁਹਾਨੂੰ ਦੇ ਸਕਦੀ ਹਾਂ। ਲੱਗੇ ਮੇਰੇ ਕੋਲ ਬਹੁਤ ਕੁਝ ਹੈ, ਮੇਰੇ ਕੋਲ ਦੁਨੀਆ ਦੇ ਸਾਰੇ ਐਸ਼ੋ ਆਰਾਮ ਨੇ, ਜੋ ਕਿਸੇ ਗੱਲ ਦਾ ਘਾਟਾ ਕੋਈ ਨਹੀਂ, ਪਰ ਹੁਣ ਮੈਂ ਮੁਕਤੀ ਦੀ ਦਾਤ ਚਾਹੁੰਦਾ, ਮੈਂ ਮੁਕਤ ਹੋਣਾ ਚਾਹੁੰਦਾ ਹਾਂ ਕਿ ਮੈਂ ਜੰਮਣ ਮਰਨ ਦੇ ਗੇੜ 'ਚ ਨਾ ਆਵਾਂ, ਮੁਕਤ ਹੋ ਜਾਵਾਂ, ਮੈਨੂੰ ਮੁਕਤੀ ਚਾਹੀਦੀ ਏ। ਤੇ ਦੇਵੀ ਉਸ ਸਮੇਂ ਕਹਿਣ ਲੱਗੀ ਜੇਕਰ ਭਾਗ ਮੰਗੋ, ਮਾਇਆ ਮੰਗੋ, ਐਸ਼ੋ ਆਰਾਮ ਮੰਗੋ, ਮੈਂ 2 ਗੁਣਾ ਕੀ 3 ਗੁਣਾ, ਪਰ ਇਹ ਮੁਕਤੀ ਇਹ ਮੇਰੇ ਵਸ ਦੇ ਵਿੱਚ ਨਹੀਂ, ਇਹ ਮੈਂ ਨਹੀਂ ਦੇ ਸਕਦੀ। ਭਗਤ ਪੀਪਾ ਜੀ ਫਿਰ ਆਖਰ ਮੰਦਿਰ ਦੇ ਵਿੱਚੋਂ ਉੱਠੇ ਤੇ ਉਸੇ ਸੰਤਾਂ ਦੇ ਪਾਸ ਆ ਗਏ, ਕੀਤੀ ਹੋਈ ਗਲਤੀ ਵਾਸਤੇ ਮੁਆਫੀ ਮੰਗੀ ਤੇ ਇੱਕ ਅਕਾਲ ਦਾ ਸਿਮਰਨ ਕਰਨਾ ਸ਼ੁਰੂ ਕੀਤਾ। ਉਸ ਅਕਾਲ ਪੁਰਖ ਦਾ ਹੀ ਸਿਮਰਨ ਕੀਤਾ ਤੇ ਫਿਰ ਜਾ ਕਰਕੇ 84 ਲੱਖ ਜੂਨ ਦੇ ਗੇੜੇ ਵਿੱਚੋਂ ਮੁਕਤ ਹੋ ਗਏ, ਜੀਵਨ ਆਪਣਾ ਹਮੇਸ਼ਾ ਵਾਸਤੇ ਆਜ਼ਾਦ ਕਰ ਗਏ। ਉਹਨਾਂ ਨੂੰ ਮਿਲਿਆ ਕਿ ਉਹਨਾਂ ਦੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਵੀ ਕੀਤੀ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਨਤਮਸਤਕ ਹੁੰਦੇ ਹਾਂ ਸਤਿਕਾਰ ਦੇ ਨਾਲ। ਤੇ ਇਸੇ ਕਰਕੇ ਭਗਤ ਨਾਮਦੇਵ ਜੀ ਨੇ ਵੀ ਕਿਹਾ ਕਿ ਤੂੰ ਕਹਿਤ ਹੀ ਆਦਿ ਭਵਾਨੀ ਆਕਾਸ਼ਬਾਨੀ, ਹੇ ਦੇਵੀ ਤੈਨੂੰ ਆਦਿ ਸ਼ਕਤੀ ਕਿਹਾ ਜਾਂਦਾ ਹੈ, ਤੈਨੂੰ ਮੁੱਢਲੀ ਸ਼ਕਤੀ ਕਿਹਾ ਜਾਂਦਾ ਹੈ, ਪਰ ਜਿਸ ਵੇਲੇ ਮੁਕਤੀ ਦੇਣ ਦਾ ਸਮਾਂ ਆਉਂਦਾ, ਵਾਰੀ ਆਉਂਦੀ ਹੈ, ਫਿਰ ਕਿੱਥੇ ਜਾ ਕੇ ਛੁਪ ਜਾਨੀ ਹੈ। ਤੇ ਇੱਥੋਂ ਤੱਕ ਭਗਤ ਨਾਮਦੇਵ ਜੀ ਦੇ ਵਚਨ ਹਨ ਕਿ ਮਹਾਮਾਈ ਕੀ ਨਰ ਸੈ ਨਾਰ ਹੋਏ ਅਵਤਾਰ। ਮਹਾਮਾਈ ਦੀ ਦੇਵੀ ਦੀ ਪੂਜਾ ਕਰਦਾ ਹੈ ਪੁਰਸ਼ ਹੋ ਕੇ, ਦੀ ਪੂਜਾ ਕਰਦਾ ਏ, ਉਹ ਪੁਰਸ਼ ਤੋਂ ਅਗਲਾ ਜਨਮ ਇਸਤਰੀ ਦਾ ਲੈ ਲਵੇਗਾ, ਮੁਕਤ ਨਹੀਂ ਹੋ ਸਕੇਗਾ। ਉਹਦਾ ਫਲ ਇਹ ਹੈ, ਇਹ ਜਨਮ ਪੁਰਸ਼ ਦਾ ਹੈ ਤੇ ਅਗਲਾ ਜਨਮ ਇਸਤਰੀ ਦਾ ਮਿਲ ਜਾਵੇਗਾ, ਪਰ ਮੁਕਤੀ ਨਹੀਂ ਹੋ ਸਕੇਗੀ। ਤੇ ਜਿਹੜੀ ਇਸਤਰੀ ਹੋ ਕਰਕੇ ਇੱਕ ਅਕਾਲ ਦਾ ਦੇਵੀ ਦੀ ਆਰਾਧਨਾ ਕਰਦੀ ਹੈ,
ਉਹਦੇ ਵਾਸਤੇ ਭਗਤ ਕਬੀਰ ਜੀ ਦੇ ਬਚਨ ਹਨ ਕਿ ਗਦਹੀ ਹੋਇਆ ਭਾਰ ਉਹਨਾਂ ਇਸਤਰੀਆਂ ਨੂੰ ਜੋ ਦੇਵੀ ਦੀ ਆਰਾਧਨਾ ਕਰਦੀਆਂ ਨੇ, ਉਹਨਾਂ ਨੂੰ ਅਗਲਾ ਜਨਮ ਖੋਤੀਆਂ ਦਾ ਮਿਲ ਜਾਵੇਗਾ ਤੇ 4 ਮਣ ਭਾਰ ਸਹਿਣਾ ਪਵੇਗਾ। ਜੀਵਨ ਅਕਾਲ ਦੀ ਬੰਦਗੀ ਕਰਨ ਵਾਸਤੇ ਮਿਲਿਆ ਏ, ਨਾ ਕਿ ਛੋਟੀ ਮੋਟੀਆਂ ਟਾਹਣੀਆਂ ਦੇ ਨਾਲ ਜੁੜਨ ਵਾਸਤੇ। ਤੇ ਸਤ ਕਰਕੇ ਆਪਣੇ ਖਾਲਸੇ ਨੂੰ ਸਾਰੀਆਂ ਤਾਕਤਾਂ ਦੇ ਨਾਲੋਂ ਤੋੜ ਕੇ ਤੇ ਸਾਰੀਆਂ ਤਾਕਤਾਂ ਦਾ ਸੋਮਾ ਜੋ ਹੈ ਅਕਾਲ ਪੁਰਖ ਉਹਦੇ ਨਾਲ ਜੋੜ ਦਿੱਤਾ ਤੇ ਬਚਨ ਕਰ ਪ੍ਰਕਾਰ ਦਾ ਕੋਈ ਧਨ, ਕਿਸੇ ਪ੍ਰਕਾਰ ਦੀ ਉਲਝਣ ਨਹੀਂ। ਅਬੰਧ ਹੈ ਬੰਧਨਾ, ਤੂੰ ਮੋਹ ਦੇ ਵਿੱਚ ਨਹੀਂ ਹੋਇਆ, ਤੈਨੂੰ ਕਾਮ ਨਹੀਂ ਸਤਾਉਂਦਾ, ਤੈਨੂੰ ਕ੍ਰੋਧ ਨਹੀਂ, ਹੰਕਾਰ ਨਹੀਂ ਪਰੇਸ਼ਾਨ ਕਰਦਾ। ਸਾਰਿਆਂ ਬੰਧਨਾਂ ਤੋਂ ਰਹਿਤ ਹੈ, ਨਿਰਬੂਝ ਹੈ, ਅਸੂਝ ਹੈ, ਬੁੱਝਣ ਤੋਂ ਪਰੇ ਹੈ। ਤੈਨੂੰ ਸਹਿਜ ਦੇ ਨਾਲ ਕੋਈ ਸਮਝ ਨਹੀਂ, ਸਹਿਜ ਸੁਭਾਏ ਤੇਰਾ ਕੋਈ ਅੰਤ ਨਹੀਂ ਜਾਣ। ਬੂਝ ਹੈ, ਸੁਝਣਾ, ਦੇਖਣਾ, ਦੇਖਣ ਤੋਂ ਪਰੇ ਹੈ। ਨੰਗੀ ਆਪਣੀਆਂ ਬਾਹਰਲੀਆਂ ਅੱਖੜੀ ਡਸੰਦੋ ਮਾਂ ਪੀਰੀ। ਸਾਹਿਬ ਜੀ ਬਚਨ ਕਰਦੇ ਨੇ ਕਿ ਉਹ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਅਕਾਲ ਦੇ ਦਰਸ਼ਨ ਹੁੰਦੇ ਨੇ। ਉਹ ਅੱਖਾਂ ਕਿੱਥੋਂ ਮਿਲਦੀਆਂ ਤੇ ਜਿਹੜੇ ਫਿਰ ਉਹਦੇ ਨਾਲ ਜੁੜ ਜਾਂਦੇ ਨੇ, ਨਾ ਤਾਂ ਮਰਦੇ ਨੇ, ਉਹ ਸਦੀਵ ਕਾਲ ਲਈ ਅਮਰ ਹੁੰਦੇ ਨੇ ਤੇ ਨਾ ਦੁੱਖ ਦੇ ਵਿੱਚ ਉਹ ਦੁਖੀ ਹੁੰਦੇ ਨੇ ਤੇ ਨਾ ਖੁਸ਼ੀ ਦੇ ਵਿੱਚ ਬਹੁਤਾ ਨਾਚ ਟਾਪ ਕਰਦੇ ਨੇ। ਸਹਿਜ ਵਿੱਚ ਵਿਚਰਦੇ ਹਨ। ਅਜਾਲ ਹੈ, ਜਾਲ ਤੋਂ ਰਹਿਤ ਹੈ। ਤੈਨੂੰ ਕਿਸੇ ਪ੍ਰਕਾਰ ਦਾ ਕੋਈ ਜਾਲ ਨਹੀਂ, ਤੈਨੂੰ ਕਿਸੇ ਪ੍ਰਕਾਰ ਦਾ ਕੋਈ ਬੰਧਨ ਹੀ ਨਹੀਂ। ਅੱਲਾਹ ਹੈ, ਅਜਾਹ ਹੈ। ਅੱਲਾਹ ਸਰੂਪ ਅੰਦਰ ਕੋਈ ਵੀ ਦਾਗ ਨਹੀਂ। ਅਲ ਭਾਵ ਤੈਨੂੰ ਕਿਸੇ ਪ੍ਰਕਾਰ ਦੀ ਵਾਸ਼ਨਾ ਕੋਈ ਨਹੀਂ, ਦੇ ਅੰਦਰ ਕੋਈ ਕਿਸੇ ਪ੍ਰਕਾਰ ਦੀ ਭੁੱਖ ਹੀ ਨਹੀਂ। ਤ੍ਰਿਪਤ ਸਰੂਪ ਦਾ ਮਾਲਕ ਹੈ ਤੇ ਜਿਹੜੇ ਸਿਮਰਨ ਕਰਦੇ ਨੇ ਅਕਾਲ ਦਾ, ਉਹ ਵੀ ਫਿਰ ਤ੍ਰਿਪਤ ਹੋ ਕੇ ਰੱਜ ਜਾਂਦੇ ਨੇ। ਉਹਨਾਂ ਨੂੰ ਵੀ ਕਿਸੇ ਪ੍ਰਕਾਰ ਦੇ ਨਾਲ ਨਾ ਤਾਂ ਵਕਾਰ ਸਤਾਉਂਦੇ ਨੇ, ਨਾ ਮਾਇਆ ਦੀ ਵਾਸ਼ਨਾ ਹੈ। ਤੇਰੇ ਵਰਗੀ ਕੋਈ ਹਸਤੀ ਦੂਜੀ ਹੈ ਹੀ ਨਹੀਂ, ਤੇਰੇ ਵਰਗਾ ਕੇਵਲ ਤੂੰ ਹੀ ਹੈ। ਅੱਲਾਹ ਪਾਕੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਵੇ। ਜੇ ਦੂਜਾ ਕੋਈ ਹੋਵੇ ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਰੱਬ ਵਰਗਾ ਹੋਰ ਵੀ ਕੋਈ ਹੈ, ਪਰ ਨਹੀਂ। ਸਤਿਗੁਰੂ ਜੀ ਨੇ ਕਿਹਾ ਮਹੰਤ ਹੈ ਤੂੰ, ਪੂਜਨੀਕ ਹੈ, ਤੇਰੀ ਪੂਜਾ ਕੀਤੀ ਜਾ ਸਕਦੀ ਏ। ਤੂੰ ਸਭ ਤੋਂ ਵੱਡਾ ਏ, ਤੇਰੇ ਤੋਂ ਵੱਡਾ ਕੋਈ ਦੂਜਾ ਹੈ ਹੀ ਨਹੀਂ। ਅਲੀਕ ਹੈ, ਨਿਰਸਰੀਕ ਹੈ। ਅਲੀਕ ਦਾਗ ਤੋਂ ਰਹਿਤ ਹੈ, ਕੋਈ ਦਾਗ ਨਹੀਂ, ਨਹੀਂ ਤੇਰੇ ਉੱਤੇ ਕੋਈ ਕਾਲਖ ਨਹੀਂ। ਨਿਰਸਰੀਕ ਹੈ, ਸ਼ਰੀਕੇ ਤੋਂ ਰਹਿਤ ਹੈ, ਤੇਰਾ ਕੋਈ ਸ਼ਰੀਕਾ ਕਰਨ ਵਾਲਾ ਨਹੀਂ। ਨਿਰਲੰਭ ਹੈ, ਆਸਰੇ ਹੈ। ਆਪ ਤੂੰ ਸਭਨਾ ਦਾ ਆਸਰਾ ਏ, ਪਰ ਆਪ ਆਸਰੇ ਤੋਂ ਰਹਿਤ ਸਰੂਪ। ਜਿਵੇਂ ਇੱਕ ਬ੍ਰਾਹਮਣ ਦੇ 4 ਪੁੱਤਰ ਸੀਗੇ, ਉਹਦੇ 3 ਪੁੱਤ ਬੜੇ ਕਿਰਤ ਵਾਲੇ, ਬੜੀ ਮਾਇਆ ਨੂੰ ਕਮਾਉਣ ਵਾਲੇ, ਤੇ ਇੱਕ ਜਿਹੜਾ ਸੀ ਸਤ ਸੰਗਤ ਕਰਿਆ ਕਰਦਾ, ਉਹਦੀ ਜਿਹੜੀ ਰੂਹ ਉਹ ਬੰਦਗੀ ਦੇ ਵੱਲ ਦਿਨ ਰਾਤ ਨਾਮ ਜਪਣ ਵਾਲੇ ਹੀ ਲਗਨ ਲਗਾ ਕੇ ਰੱਖਦਾ। 3 ਪੁੱਤ ਜਿਹੜੇ ਨੇ ਬੜੇ ਕਮਾਊ ਨੇ ਤੇ ਪਿਓ ਨਾ ਸੀ। ਉਹਨੇ ਬੜੇ ਬ੍ਰਾਹਮਣ ਬੁਲਾਏ ਕਿ ਮੈਨੂੰ ਕਿਸੇ ਪ੍ਰਕਾਰ ਦੇ ਨਾਲ ਦੱਸੋ, ਕੋਈ ਰਸਤਾ ਦੱਸੋ ਜਿਹਦੇ ਨਾਲ ਕਿ ਮੇਰੇ ਘਰ ਦੇ ਵਿੱਚ ਵੀ ਔਲਾਦ ਹੋਵੇ ਤੇ ਮੇਰਾ ਰਾਜ ਭਾਗ ਅਗਾਂਹ ਵਧੇ। ਜੋਤਸ਼ੀਆਂ ਨੇ ਉਹਨੂੰ ਸਲਾਹ ਦੇ ਦਿੱਤੀ ਕਿ ਜੇਕਰ ਤੂੰ ਕਿਸੇ ਬੱਚੇ ਦਾ ਬਲੀਦਾਨ ਦੇਵੇਂ, ਦੇਵੀ ਦੇ ਅੱਗੇ ਬਲੀਦਾਨ ਦੇਵੇਂ, ਤਾਂ ਦੇਵੀ ਖੁਸ਼ ਹੋ ਕੇ ਤੈਨੂੰ ਪੁੱਤ ਦਾ ਵਰ ਦੇ ਸਕਦੀ ਹੈ। ਤੇ ਉਸ ਕਰਨ ਵਾਸਤੇ ਢੋਰਾ ਪਟਵਾ ਦਿੱਤਾ ਕਿ ਰਾਜਾ ਇੱਕ ਬੱਚੇ ਦੀ ਬਲੀ ਚਾਹੁੰਦਾ ਹੈ। ਜੇਕਰ ਕੋਈ ਮਾਤਾ ਪਿਤਾ ਆਪਣੇ ਬੱਚੇ ਨੂੰ ਰਾਜੇ ਨੂੰ ਭੇਟ ਕਰੇਗਾ ਬਲੀ ਦੇਣ ਵਾਸਤੇ ਤੇ ਰਾਜਾ ਉਸ ਨੂੰ ਮੂੰਹ ਮੰਗਿਆ ਇਨਾਮ ਦੇਵੇਗਾ, ਉਹਦਾ ਘਰ ਮਾਇਆ ਨਾਲ ਭਰ ਦੇਵੇਗਾ।
ਢੰਡੋਰਾ ਪਟਵਾਇਆ ਗਿਆ ਤੇ ਇਹ ਗੱਲ ਇਸ ਪਿਓ ਦੇ ਕੰਨ ਦੇ ਵਿੱਚ ਵੀ ਪੈ ਗਈ, ਜੋ ਨਾਸਤਿਕ ਬਿਰਤੀ ਦਾ ਮਾਲਕ ਸੀ, ਆਪਣੇ ਪੁੱਤ ਦੀ ਸਾਰ ਨਹੀਂ ਸੀ ਜਾਣਦਾ। ਉਸਨੇ ਜਾ ਕੇ ਰਾਜੇ ਨੂੰ ਕਿਹਾ ਕਿ ਮੇਰਾ ਪੁੱਤ ਹੈ ਤੇ ਮੈਂ ਇਹਨੂੰ ਆਪਣਾ ਪੁੱਤ ਨਹੀਂ ਸਮਝਦਾ, ਵਿਹਲੜ ਹੈ, ਨਕੰਮਾ ਹੈ, ਮੇਰਾ ਕਿਸੇ ਕੰਮ ਨਹੀਂ, ਜੇ ਤੁਹਾਡੇ ਕੰਮ ਆਉਂਦਾ ਤੁਸੀਂ ਰੱਖ ਲਓ, ਤੁਸੀਂ ਲੈ ਜਾਵੋ। ਇੱਕ 10,000 ਰੁਪਈਏ ਦੇ ਪਿੱਛੇ ਉਸਨੇ ਆਪਣੇ ਪੁੱਤਰ ਨੂੰ ਰਾਜੇ ਅੱਗੇ ਵੇਚ ਦਿੱਤਾ ਤੇ ਰਾਜੇ ਦੇ ਹੁਕਮਾਂ ਦੇ ਅਨੁਸਾਰ ਉਸ ਬੱਚੇ ਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ। ਸਿਪਾਹੀ ਕਹਿਣ ਲੱਗੇ ਢੇਰੀ ਬਣਾ ਕਰਕੇ ਢੇਰੀ ਦੇ ਵੱਲ ਵੇਖ ਜੋ ਢੇਰੀ ਬਣਾਈ ਹੈ ਉਹ ਵੀ ਢਾਹ ਦਿੱਤੀ, ਤੀਜੀ ਬਣਾਈ ਹੈ ਤੇ ਉਹ ਵੀ ਢਾਹ ਦਿੱਤੀ, ਚੌਥੀ ਢੇਰੀ ਬਣਾਈ ਹੈ ਤੇ ਉਹਦੇ ਵੱਲ ਵੇਖ ਕੇ ਉਹਦੀਆਂ ਪ੍ਰਕਰਮਾਂ ਕੀ ਪੁਸ਼ਪ ਚੜਾਏ ਨੇ, ਨਮਸਕਾਰ ਤੱਕ। ਰਾਜਾ ਇਹ ਸਾਰਾ ਕੁਝ ਵੇਖ ਰਿਹਾ ਹੈ, ਕਰ ਕੀ ਰਿਹਾ। ਰਾਜੇ ਨੇ ਪਾਸ ਬੁਲਾ ਲਿਆ ਉਸ ਬੱਚੇ ਨੂੰ ਕਿ ਇਹ ਸਾਰੀ ਖੇਡ ਤੂੰ ਕਰ ਕੀ ਰਿਹਾ ਹੈ ਮੇਰੇ ਸਾਹਮਣੇ। 3 ਢੇਰੀਆਂ ਬਣਾ ਕੇ ਢਾਈਆਂ ਨੇ ਤੇ ਚੌਥੀ ਢੇਰੀ ਦੇ ਕੇ ਨਮਸਕਾਰਾਂ ਕਰੀ ਜਾ ਰਿਹਾ ਹੈ, ਤੇਰੇ ਚਿਹਰੇ ਤੇ ਮੁਸਕਰਾਹਟ ਹੈ, ਕਾਰਨ ਕੀ ਹੈ। ਉਹ ਬੱਚਾ ਕਹਿਣ ਲੱਗਾ, ਹੈ ਰਾਜਨ, ਆਸਰਾ ਹੁੰਦਾ ਹੈ ਸਰਕਾਰ ਦਾ, ਰਾਜੇ ਦਾ, ਬਾਦਸ਼ਾਹ, ਵੀ ਉਹ ਕਿਸੇ ਨਾਲ ਧੱਕਾ ਨਹੀਂ, ਉਹ ਪ੍ਰਜਾ ਦੀ ਵਾੜ ਹੁੰਦੀ ਹੈ, ਕਿਸੇ ਨਾਲ ਗਲਤ ਨਹੀਂ ਹੋਣ ਦਿੰਦੇ, ਪਰ ਤੂੰ ਤੇ ਖੁਦ ਆਪਣੇ ਬੱਚੇ ਦੀ ਪ੍ਰਾਪਤੀ ਵਾਸਤੇ ਮੇਰੀ ਬਲੀ ਦੇਣਾ ਚਾਹੁੰਦਾ ਹੈ, ਇਸ ਕਰਕੇ ਤੇਰਾ ਆਸਰਾ ਦੂਜੀ ਢੇਰੀ ਦੇ ਵਿੱਚ ਸੀ, ਉਹ ਵੀ ਝੂਠਾ ਹੈ, ਇਸ ਕਰਕੇ ਮੈਂ ਉਹ ਵੀ ਢਾਹ ਦਿੱਤਾ ਹੈ ਕਿ ਮੈਨੂੰ ਤੇਰਾ ਕੋਈ ਆਸਰਾ ਰਹਿ ਹੀ ਨਹੀਂ ਗਿਆ, ਤੇਰੇ ਤੇ ਕੋਈ ਆਸ ਨਹੀਂ ਕਿ ਤੂੰ ਮੇਰੇ ਤੇ ਰਹਿਮ ਕਰੇਗਾ। ਤੀਸਰਾ ਆਸਰਾ ਹੈ ਦੇਵੀ ਦੇਵਤਿਆਂ ਦਾ, ਜੋ ਸਭ ਦੇ ਸਾਂਝਾ, ਤੇ ਉਹ ਮੇਰੀ ਫਿਰ ਵੀ ਰੱਖਿਆ ਕਰੇਗਾ। ਮੈਂ ਉਹਦੀ ਆਰਾਧਨਾ ਤਾਂ ਕਰ ਰਿਹਾ ਹਾਂ ਤਾਂ ਮੇਰੀ ਸਰੀਰ ਕਰਕੇ ਰੱਖਿਆ ਕਰ ਲਵੇਗਾ, ਤੇ ਜੇਕਰ ਮੈਂ ਮਰ ਗਿਆ ਤੇ ਉਹ ਮੇਰੀ ਆਤਮਾ ਦੀ ਰੱਖਿਆ ਕਰ ਲਵੇਗਾ ਤੇ ਮੈਨੂੰ ਆਸਰਾ ਦੇ ਦੇਵੇਗਾ। ਤਾਂ ਕਰਕੇ ਉਹਦਾ ਓਟ ਆਸਰਾ ਤੱਕਿਆ ਏ। ਇਹ ਗੱਲਾਂ ਨੂੰ ਸੁਣ ਕੇ ਰਾਜੇ ਨੇ ਇਹ ਸੋਚਿਆ ਕਿ ਇਹ ਬੱਚਾ ਕਿੰਨਾ ਬੁੱਧੀਮਾਨ ਹੈ, ਕਿੰਨਾ ਵਾਲਾ ਏ, ਜੇ ਮੈਂ ਬ੍ਰਾਹਮਣਾਂ ਦੇ ਅੱਗੇ ਬਲੀ ਹੋਵੇ ਤੇ ਜੇ ਹੋਇਆ ਵੀ ਤੇ ਪਤਾ ਨਹੀਂ ਕਿਤਨਾ ਬੁੱਧੀਮਾਨ ਜਾਂ ਬੰਦਗੀ ਕਰਨ ਵਾਲਾ ਪੁਰਸ਼ ਬਣੇਗਾ ਕਿ ਨਹੀਂ ਬਣੇਗਾ। ਕਿਉਂ ਨਾ ਹੋਵੇ ਕਿ ਮੈਂ ਇਸੇ ਬੱਚੇ ਨੂੰ ਹੀ ਆਪਣੀ ਔਲਾਦ ਬਣਾ ਲਵਾਂ। ਐਸੀ ਅਕਾਲ ਪੁਰਖ ਦੀ ਰਹਿਮਤ। ਰਾਜੇ ਦੇ ਮਨ ਵਿੱਚ ਮਿਹਰ ਪਈ, ਕਿੱਥੇ ਉਹ ਬਲੀ ਦੇਣਾ ਚਾਹੁੰਦਾ ਸੀ ਬੱਚੇ ਦੀ ਪ੍ਰਾਪਤੀ ਵਾਸਤੇ, ਪਰ ਅੱਜ ਉਸੇ ਬੱਚੇ ਨੂੰ ਉਹਨੇ ਆਪਣਾ ਪੁੱਤਰ ਦੇ ਰੂਪ ਦੇ ਵਿੱਚ ਨਵਾਜ ਲਿਆ, ਮੰਨ ਲਿਆ ਤੇ ਉਹਨੂੰ ਸਾਰਾ ਰਾਜ ਭਾਗ ਦੇ ਕਰਕੇ ਰਾਜ ਗੱਦੀ ਤੇ ਬਿਠਾ ਦਿੱਤਾ। ਤਾਂ ਕਰਕੇ ਸਾਹਿਬ ਜੀ ਬਚਨ ਕਰਦੇ ਨੇ, ਹੇ ਵਾਹਿਗੁਰੂ, ਤੇਰਾ ਆਸਰਾ ਸੱਚਾ ਹੈ, ਨਿਰਲੰਭ ਹੈ, ਤੂੰ ਸਭ ਦਾ ਹੀ ਆਸਰਾ ਏ, ਪਰ ਤੇਰਾ ਕੋਈ ਆਸਰਾ ਨਹੀਂ। ਸਾਰੀ ਸ੍ਰਿਸ਼ਟੀ ਤੇਰੀ ਹੈ, ਤੇਰੇ ਆਸਰੇ ਤੇ ਖਲੋਤੀ ਏ, ਪਰ ਆਪ ਤੂੰ ਆਸਰੇ ਤੋਂ ਰਹਿਤ ਹੈ, ਨਿਰਲੰਭ ਹੈ, ਅਸੰਭ ਹੈ। ਅਸੰਭ ਭਾਵ ਕਿ ਸਹਿ ਭੰਗ ਹੈ। ਤੇਰਾ ਵਜੂਦ ਆਪਣੇ ਆਪ ਤੋਂ ਹੈ, ਤੈਨੂੰ ਕਿਸੇ ਮਾਤਾ ਪਿਤਾ ਨੇ ਪੈਦਾ ਨਹੀਂ ਕੀਤਾ। ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਤੋਂ ਬਿਨਾ ਬੱਚਾ ਪੈਦਾ ਨਹੀਂ ਹੋ ਸਕਦਾ। ਟਲ ਸੱਚਾਈ ਹੈ, ਨਿਜਮ ਹੈ ਕੁਦਰਤ ਦਾ, ਪਰ ਇਹ ਵਾਹਿਗੁਰੂ ਛੂਤ ਹੈ, ਛੋਹਣ ਤੋਂ ਰਹਿਤ ਹੈ। ਤੈਨੂੰ ਕੋਈ ਆਪਣੇ ਹੱਥਾਂ ਪੈਰਾਂ ਦੇ ਨਾਲ ਛੋਹ ਨਹੀਂ ਸਕਦਾ, ਸਪਰਸ਼ ਨਹੀਂ ਕਰ ਸਕਦਾ। ਤੂੰ ਐਸੇ ਸਰੂਪ ਦਾ ਮਾਲਕ ਹੈ, ਆਲੋਕ ਹੈ, ਅਸੋਕ ਹੈ। ਆਲੋਕ ਭਾਵ ਕਿ ਅਚਰਜ ਹੈ, ਤੇਰਾ ਸਰੂਪ ਵਿਸਮਾਦ ਕਰ ਦੇਣ ਵਾਲਾ ਦੇ ਨਾਲ ਜੁੜਦੇ ਨੇ, ਉਹਨਾਂ ਦੀ ਅਵਸਥਾ ਵਿਸਮਾਦ ਵਿੱਚ ਚਲੇ ਜਾਂਦੀ ਹੈ। ਅਸੋਕ ਭਾਵ ਕਿ ਦੁੱਖਾਂ ਤੋਂ, ਗਮਾਂ ਤੋਂ, ਝੋਰਿਆਂ ਤੋਂ ਤੂੰ ਰਹਿਤ ਹੈ, ਆਨੰਦ ਦਾ ਮਾਲਕ ਹੈ, ਅਕਰਮ ਹੈ, ਅਭਰਮ ਹੈ, ਕਰਮ ਤੋਂ ਰਹਿਤ ਹੈ, ਸਰੀਰ ਦੀ ਬਣਤਰ ਤੋਂ ਰਹਿਤ ਹੈ, ਭਰਮਾਂ ਤੋਂ, ਭੁਲੇਖਿਆਂ ਤੋਂ ਵੀ ਰਹਿਤ ਹੈ। ਇਹ ਵਾਹਿਗੁਰੂ, ਸਾਰੀ ਦੁਨੀਆ ਭੁਲੇਖਿਆਂ ਦੇ ਵਿੱਚ ਹੈ, ਭਰਮਾਂ ਦੇ ਵਿੱਚ ਫਸੀ ਏ, ਵਹਿਮਾਂ ਦੇ ਵਿੱਚ ਪਈ ਹੋਈ ਏ, ਪਰ ਤੇਰੇ ਅੰਦਰ ਕੋਈ ਭਰਮ ਨਹੀਂ, ਤੇਰੇ ਅੰਦਰ ਕੋਈ ਸ਼ੰਕਾ ਨਹੀਂ, ਤੇਰੇ ਅੰਦਰ ਕੋਈ ਭੇਦ ਭਾਵ ਨਹੀਂ। ਜਿਹੜੇ ਤੇਰੇ ਨਾਲ ਜੁੜਦੇ ਨੇ ਉਹ ਵੀ ਫਿਰ ਭੇਦਾਂ, ਸ਼ੰਕਿਆਂ, ਵਹਿਮਾਂ ਤੋਂ
ਵੇਲੇ ਹੋ ਕੇ ਜਿਉਂਦੇ ਨੇ। ਅਜੀਤ ਹੈ ਅਭੀਤ ਹੈ, ਅਜੀਤ ਭਾਵ ਕਿ ਜਿੱਤਣ ਤੋਂ ਰਹਿਤ ਹੈ, अभीत भाव की भै तो रहत है, जड़ताई तो मूर्खताई तो रहत स्वरूप का मालक है। अबाह है आगाह है, अबाह असवारी तो रहत है, तेरी कोई सवारी नहीं। गणेश चूहे की सवारी करदा है, शीतला खोते की सवारी करदी है, पर हे वाहेगुरु तेरी कोई सवारी नहीं, तेरा कोई वाहन नहीं जिहदे उत्ते चढ़ के तू चलदा फिरदा होवे। अगाह है पकड़ तो रहत है, पकड़ दे विच आउण वाला नहीं। अमान है मान जोग है, तेरी मानता हर पासे है, सारे लोग तेनू मनदे ने, तेरी सत्ता नू मनदे ने। नदान है चतुर है सियाणा है सूझवान है ते खजानियां दा मालक है। फिर एक है ते अहब जी बचन करदे ने कि हे वाहिगुरु अनेकां रूपां दे विच भी तू है, ये सारा संसार दा पसारा पसारण वाला भी तू है, ते पसारे दे रूप विच भी पसरिया होया भी तू ही है। जात मैं जोत जोत मैं जाता, अकल कला भरपूर रहया। सारी सृष्टि नू बनाउण वाला भी तू ते सृष्टि रूप भी तू आप ही है, पर अखीर जद अपनी खेड़ नू समेटदा है, जब उदगरक करा कर तारा, प्रजा धरत दा आकर तुम धर सब हूँ। हे वाहेगुरु जिस वेले सृष्टि की रचना तू करनी होती है, तू एक तो अनेक रूप हो जाना है, पर जिस वेले तेरी इच्छा होती है कि सारा कुछ समेट लवां, अपने विच ही सारा कुछ लिया के ते खत्म कर देवां, फिर तू एक रूप ही हो जाना है। अनेक रूप भी तू है, सृष्टि रूप भी तू है, ते फिर एक रूप एक आकार दा रूप भी तू आप ही है। निर्गुण स्वरूप दे विच एक है, सरगुण स्वरूप दे विच अनेक जीवां दे रूप विच वसण वाला है। सो इतनियां ही बेनतियां साध संगत जी प्रवान करना जी। गुरबाणी दियां कथा विचारां करदियां होइयां एक नहीं अनेक प्रकार दियां भुल्लां गलतियां हो जांदियां हन। सतगुरु पातशाह सतगुरु जियां दी प्यारी साध संगत बख्शण योग है, सो बख्श लेना जी। सो इस प्रकार दे नाल सतगुरु महाराज जी ये श्री जाप साहिब जी की बाणी दे राही अकाल पुरख दा सानू ज्ञान करवा रहे ने, ताकि साडे मनां दे अंदर किसी प्रकार दे नाल कोई भेद जां कोई शंका रह ना जावे। कोई अगम्मी ज्ञान सतगुरु जी ने सानू बख्शिया है, ताकि साडी आत्मा जिहड़ी है एक अकाल पुरख नूं ही नमस्कार करे, उहदे अगे ही झुके, ते उहदे तो अलावा किसी भी होर ताकत दे अगे अपने गोडे ना टेके ते ना ही अपना मस्तक झुकाए। जिवें कि सतगुरु जियां दा वचन है कि पाए कहे जब ते तुमरे तब ते को आँख तरेनी आने। हे वाहिगुरु जिस वेले तो मैं तेरे चरण पकड़ लए ने, उस वेले तो मैं अपनियां अखां दे थल्ले भाव अपने ध्यान दे थल्ले किसी होर ताकत नूं लैके नहीं आंदा, क्योंकि मैनू पता लग गया कि सारी सत्ता दा मालक तू ही है, ते सारा पसारा तेरे तो है, तेरे ते खत्म हुंदा है, तू एक ही है। यही कारण सतगुरु जी ने सानू एक ओंकार दा उपदेश कीता है, ते एक ओंकार दा विस्तार दे विच खोल के जो सारा निर्णय है सतगुरु जी ने दसम बाणी दे राही श्री गुरु ग्रंथ साहिब जी दे बाणी दे राही सानू समझाया है, ताकि एक ओंकार दा जिहड़ा सिद्धांत है हिरदे विच प्रपक्क हो जावे, ते कदे भी गुरु का सिख जिहड़ा है एक दी पूजा नूं छड्ड के कदे इधर उधर ना भज्जे, ते ना ही अपना जीवन भरम भुलेखियां दे विच बर्बाद करे। सो सतगुरु महाराज जी कृपा करन कि असीं रोज़ाना ही इस बाणी दे जाप दे धारनी बन जाइए। तो बहुत ही ये जरूरी है। सतगुरु जियां दा सानू हुक्म है, गुर सतगुर का जो सिख अखाए सो भलके उठ हर नाम ते आवे, उद्यम करे भलके प्रभाती स्नान करे अमृत सर नहावे, फिर चढ़ै दिवस गुरबाणी गावे, बहिंदियां उठदियां हर नाम ते आवे। सतगुरु जी का सानू हुक्म है
ਗੁਰੂ ਵਾਲੇ ਵਰਨਾਏ ਖੰਡੇ ਬਾਟੇ ਦਾ ਅੰਗਣਾਏ। ਭੈਣਾਂ ਨੇ ਵੀਰਾਂ ਨੇ ਖਾਲਸਾਈ ਜੀਵਨ ਜਿਉਣਾ ਹੈ। ਆਪਣਾ ਜੋ ਅਸਲੀ ਸਾਡੀ ਪਹਿਚਾਣ ਹੈ, ਰੂਪ ਹੈ, ਉਸੇ ਦੇ ਧਾਰਨੀ ਬਣੀਏ। ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ। ਜੀਵਨ ਇੱਥੇ ਵੀ ਸਫਲ ਹੋਵੇਗਾ ਤੇ ਅਗਾਂਹ ਵੀ ਸਾਡਾ ਸਬਰ ਜਾਵੇਗਾ ਜੇਕਰ ਅਸੀਂ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਵਾਂਗੇ। ਸਤਿਗੁਰੂ ਜੀ ਨੇ ਕਿਸੇ ਪ੍ਰਕਾਰ ਨਾਲ ਸਾਡੇ ਤੋਂ ਓਹਲਾ ਕੋਈ ਨਹੀਂ ਰੱਖਿਆ। ਸਾਰੇ ਖਜ਼ਾਨੇ ਸਾਨੂੰ ਬਖਸ਼ੇ ਨੇ। ਲੋੜ ਹੈ ਸ਼ਰਧਾ ਸਹਿਤ ਨਾਮ ਜਪਣ ਦੀ, ਗੁਰੂ ਵਾਲੇ ਬਣ ਕੇ ਸਿਧਾਂਤਾਂ ਉੱਤੇ ਡਟ ਕੇ ਪਹਿਰਾ ਦੇਣ ਦੀ। ਫਿਰ ਸਾਰੀਆਂ ਬਰਕਤਾਂ ਹੀ ਸਾਡੀ ਝੋਲੀ ਦੇ ਵਿੱਚ ਹੋਣਗੀਆਂ। ਸੋ ਸਤਿਗੁਰੂ ਜੀ ਕਿਰਪਾ ਕਰਨ ਤਾਂ ਜੋ ਅਸੀਂ ਸਤਿਗੁਰੂ ਜੀ ਦੇ ਚਲਾਏ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਵੀ ਸਵਾਰੀਏ ਤੇ ਹੋਰਾਂ ਦੇ ਸਵਾਰਨ ਦਾ ਵੀ ਕਾਰਨ ਬਣ ਜਾਈਏ। ਸੋ ਇਤਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚਕ ਹਾਂ। ਸੋ ਆਓ ਅੰਤ ਵਿੱਚ ਪਾਵਨ ਗੁਰਬਾਣੀ ਦੇ ਅਖੀਰਲੀਆਂ ਪੰਕਤੀਆਂ ਦਾ ਪਾਠ ਸਹਿ ਬੁਲਾਈਏ ਜੀ। ਅਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।